परम सम्मानयोग गुरु प्यारिਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਆਮ ਤੌਰ ਤੇ ਹਰ ਮੰਗਲਵਾਰ ਸਾਡੇ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹਾਜ਼ਰ ਹੁੰਦੇ ਹਨ। ਉਹਨਾਂ ਦਾ ਲੇਟ ਨਾਈਟ ਮੈਸੇਜ ਹੈ ਕਿ ਉਹ ਅੱਜ ਸ਼ਾਮਲ ਨਹੀਂ ਹੋ ਸਕਣਗੇ, ਜਿਸ ਵਾਸਤੇ ਅੱਜ ਅਸੀਂ ਇੱਕ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਹੋਈਆਂ ਸੰਪਾਦਕੀ ਸੂਚਨਾਵਾਂ। ਬੜਾ ਅਹਿਮ ਵਿਸ਼ਾ ਹੈ। ਸਿੱਖ ਫੁਲਵਾੜੀ ਜੋ ਮੈਗਜ਼ੀਨ ਹੈ ਉਹਦੇ ਵਿੱਚ ਅਸੀਂ ਇਸ ਵਿਸ਼ੇ ਨੂੰ 2 ਵਾਰੀ ਛਾਪ ਚੁੱਕੇ ਹਾਂ। ਉਹਦੇ ਵਿੱਚੋਂ ਕੁਝ ਕੁ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ। ਸੇਵਾ ਆਪ ਜੀ ਦੇ ਸਨਮੁਖ ਹਾਜ਼ਰ ਹੋਵਾਂਗਾ। ਸਭ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਕੇ ਅਸੀਂ ਅੱਜ ਦੀ ਵਿਚਾਰ ਆਰੰਭ ਕਰਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਗੁਰੂ ਸਾਹਿਬਾਨ ਦੀ ਇਸ ਸੰਸਾਰ ਨੂੰ ਇੱਕ ਬਹੁਤ ਮਹਾਨ ਦੇਣ ਹੈ। ਉਹ ਹੈ ਗੁਰਬਾਣੀ ਦਾ ਖਜ਼ਾਨਾ। ਸਿੱਖ ਸਤਿਗੁਰਾਂ ਨੇ ਜਿੱਥੇ ਆਪ ਇਹ ਬਾਣੀ ਪੁਰਖੀ ਬਾਣੀ ਕਰਤੇ ਦੀਆਂ ਘਰ ਦੀਆਂ ਬਾਤਾਂ ਨੂੰ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ, ਉੱਥੇ ਉਹ ਭਗਤ ਜਿਹੜੇ ਪਰਮਾਤਮਾ ਨਾਲ ਅਭੇਦ ਹੋ ਚੁੱਕੇ ਸਨ, ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮੇਲ ਖਾਂਦੀ ਸੀ, ਉਹਨਾਂ ਦੀਆਂ ਰਚਨਾਵਾਂ ਨੂੰ ਵੀ ਮਹਾਨ ਸਤਿਕਾਰ ਇਸ ਗੁਰਬਾਣੀ ਵਿੱਚ ਦੇ ਨਾਲ ਦਿੱਤਾ। ਭੱਟ ਸਾਹਿਬਾਨ 15 ਭਗਤ 11 ਭੱਟ 3 ਗੁਰਸਿੱਖ, ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨਤਾ ਨੂੰ ਸ਼ਬਦਾਂ ਵਿੱਚ ਬੰਨ੍ਹਣਾ ਬੜਾ ਔਖਾ ਹੈ। ਜਿਵੇਂ ਸੂਰਜ ਦੀ ਦੂਰੀ ਨੂੰ ਗਜ਼ਾਂ ਨਾਲ ਮਾਪਿਆ ਨਹੀਂ ਜਾ ਸਕਦਾ, ਜਿਵੇਂ ਇਸ ਧਰਤੀ ਨੂੰ ਆਪਣੇ ਕਲਾਵੇ ਵਿੱਚ ਨਹੀਂ ਲਿਆ ਜਾ ਸਕਦਾ, ਇਸੇ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਮਹਾਨਤਾ ਨੂੰ ਇਹਨਾਂ ਸ਼ਬਦਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਸ਼ਬਦ ਮੁੱਕ ਸਕਦੇ ਹਨ, ਪਰ ਸਤਿਗੁਰੂ ਜੀ ਦੀ ਮਹਾਨਤਾ ਕਦੀ ਖਤਮ ਨਹੀਂ ਹੋ ਸਕਦੀ, ਨਾ ਹੀ ਇਹਨਾਂ ਸ਼ਬਦਾਂ 'ਚ ਬੰਨ੍ਹੀ ਜਾ ਸਕਦੀ ਹੈ। ਜਿੱਥੇ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਵਿਸ਼ੇਸ਼ਤਾਵਾਂ ਹਨ, ਉੱਥੇ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਹੋਰ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ, ਗੁਰਬਾਣੀ ਦਾ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ। ਲਗਭਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਧਾ ਹਿੱਸਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣਾ ਉਚਾਰਨ ਹੋਇਆ ਕੀਤਾ ਹੋਇਆ ਮਿਲਦਾ ਹੈ। ਜਿੱਥੇ ਆ ਬਾਣੀ ਦੇ ਖਜ਼ਾਨੇ ਸਨ, ਜਿਹਨਾਂ ਨੂੰ ਬਾਣੀ ਕੇ ਬਹੁਤ ਵੀ ਕਿਹਾ ਜਾਂਦਾ ਹੈ, ਉੱਥੇ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਬਾਣੀ ਨੂੰ ਇਕੱਠਾ ਕਰਕੇ ਇੱਕ ਜਿਲਦ ਵਿੱਚ ਕੀਤਾ, ਜਿਹਨੂੰ ਪੋਥੀ ਸਾਹਿਬ ਕਿਹਾ ਜਾਂਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਇਹ ਬਾਣੀ ਨੂੰ ਲਿਖਵਾਇਆ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਾ ਪਹਿਲਾ ਪ੍ਰਕਾਸ਼ ਜਿਹੜਾ ਸੀ ਕੀਤਾ ਗਿਆ। ਬਾਣੀ ਲਿਖਣੀ, ਫਿਰ ਬਾਣੀ ਨੂੰ ਉਚਾਰਨ ਕੀਤਾ, ਬਾਣੀ ਨੂੰ ਲਿਖਵਾਉਣਾ, ਫਿਰ ਉਹਦੇ ਵਿੱਚ ਸੁਧਾਈਆਂ ਕਰਨੀਆਂ, ਲਿਖਤਾਂ ਨੂੰ ਪੜ੍ਹਨਾ, ਇਹ ਬਹੁਤ ਵੱਡਾ ਕੰਮ ਹੁੰਦਾ ਹੈ। ਇੱਕ ਛੋਟਾ ਜਿਹਾ ਕੋਈ ਆਰਟੀਕਲ ਲਿਖਣਾ ਹੋਵੇ ਤਾਂ ਉਹਦੇ ਲਈ ਕਿੰਨੀ ਕਿੰਨੀ ਵਾਰੀ ਉਹਦੀ ਪ੍ਰੂਫ ਰੀਡਿੰਗ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਥੇ ਭਾਈ ਗੁਰਦਾਸ ਜੀ ਨੇ ਲਿਖਿਆ,
ਉੱਥੇ ਆਪ ਪੜ੍ਹਿਆ ਵੀ ਹੈ। ਔਰ ਪੜ੍ਹ ਕੇ ਜਿੱਥੇ ਜ਼ਰੂਰਤ ਸੀ ਉੱਥੇ ਸ਼ੁੱਧ ਸ਼ੁੱਧ ਕੀਚੇ ਕੁਝ ਲਫ਼ਜ਼ਾਂ ਦੇ ਆਪਣੇ ਦਸਤਖਤ ਕਰਕੇ ਇਹ ਕੀਤੇ, ਤਦ ਕਿ ਲਿਖਾਰੀ ਨੂੰ ਇਹ ਹਦਾਇਤ ਦਿੱਤੀ ਜਾ ਸਕੇ ਵੀ ਇਹ ਬਾਣੀ ਸ਼ੁੱਧ ਹੈ ਜਾਂ ਇਹਨੂੰ ਸ਼ੁੱਧ ਕਰਨੀ ਸੀ, ਇਹਦੇ 'ਚ ਇਹ ਕੁਝ ਕਰਨਾ ਹੈ। ਉਹ ਸਾਰਾ ਕੁਝ ਕਰਵਾਇਆ। ਹਾਲਾਂਕਿ ਇਹ ਸ਼ੁੱਧ ਲਫ਼ਜ਼ ਪੁਰਾਤਨ ਬੀੜਾਂ ਦੇ ਵਿੱਚ ਹਾਸ਼ੀਏ ਤੋਂ ਬਾਹਰ ਮਿਲਦੇ ਹਨ, ਲੇਕਿਨ ਅੱਜ ਕੱਲ ਇਹ ਪ੍ਰਿੰਟਡ ਵੀਰਾਂ ਦੇ ਨਾਲ ਨਾਲ ਹੀ ਲਿਖ ਦਿੱਤੇ ਗਏ ਹਨ, ਜਿਸ ਕਰਕੇ ਉਚਾਰਨ ਕਰਨ ਲੱਗਿਆਂ ਆਮ ਤੌਰ ਤੇ ਅਸੀਂ ਗਲਤੀ ਕਰ ਜਾਂਦੇ ਹਾਂ। ਔਰ ਆਮ ਤੌਰ ਤੇ ਬਹੁਤ ਸਾਡੇ ਕੀਰਤਨੀਏ ਖਾਸ ਕਰਕੇ ਉਹ ਆਸਾ ਕੀ ਵਾਰ ਤੋਂ ਬਾਅਦ ਸੋਧ ਕਰਕੇ ਜ਼ੋਰ ਦੀ ਪੜ੍ਹਦੇ ਹਨ, ਜਦਕਿ ਇਹਦਾ ਉਚਾਰਨ ਨਾਲ ਕੋਈ ਸੰਬੰਧ ਹੈ ਨਹੀਂ ਹੈ। ਇਹ ਲਿਖਾਰੀ ਦੇ ਦਸਖਤ ਹਨ, ਭਾਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਸਖਤ ਹਨ, ਉਹਨਾਂ ਦੇ ਸੰਪਾਦਕ ਦੇ ਦਸਖਤ ਹਨ ਜੋ ਉਹਨਾਂ ਨੇ ਕੀਤੇ। ਉਹਦਾ ਮਤਲਬ ਇਹ ਬਾਣੀ ਸ਼ੁੱਧ ਰੂਪ ਵਿੱਚ ਲਿਖੀ ਗਈ ਹੈ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਜਿੱਥੇ ਹੋਰ ਗੱਲਾਂ ਵਿੱਚ ਹੈ, ਉੱਥੇ ਇਸ ਗੱਲ ਦੀ ਵੀ ਇੱਕ ਬਹੁਤ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ, ਕਿ ਇੱਕ ਬਹੁਤ ਵੱਡੇ ਗ੍ਰੰਥ, ਵੱਡੇ ਆਕਾਰ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਜੋ ਆਕਾਰੀ ਰਚਨਾ ਵੱਡੀ ਹੈ, ਉਹਦੇ ਸੰਪਾਦਕ ਵੀ ਆਪ ਹਨ। ਸੰਪਾਦਕ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ। ਸਾਡੇ ਚੇਅਰਮੈਨ ਸਾਹਿਬ ਇਹ ਗੱਲ ਕਰਿਆ ਕਰਦੇ ਸਨ ਕਿ ਸਿੱਖ ਫੁਲਵਾੜੀ ਦੇ ਮੈਗਜ਼ੀਨ ਦੀ ਸੰਪਾਦਨਾ ਕਰਨੀ ਹਰ ਮਹੀਨੇ ਇੱਕ ਨਵੇਂ ਬੱਚੇ ਨੂੰ ਜਨਮ ਦੇਣ ਦੇ ਬਰਾਬਰ ਹੁੰਦਾ ਹੈ। ਇਹਦੀ ਇੰਨੀ ਪੀੜਾ ਹੁੰਦੀ ਹੈ, ਇੰਨੀ ਖੇਚਲੇ ਦੀ ਕਰਨੀ ਪੈਂਦੀ ਹੈ। ਇਸ ਤਰ੍ਹਾਂ ਕਿਸੇ ਚੀਜ਼ ਨੂੰ ਸੰਪਾਦਨ ਕਰਨਾ, ਸੰਪਾਦਕ ਕਲਾ ਦੇ ਵਿੱਚ ਨਿਪੁੰਨਤਾ ਹੋਣੀ, ਇਹ ਗੱਲ ਸਾਬਤ ਕਰਦਾ ਹੈ ਕਿ ਐਡੇ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਪੰਜਾਬੀ ਦੇ ਮੈਨੂੰ ਇਉਂ ਜਾਪਦਾ ਹੈ ਕਿ ਆਪ ਜੀ ਪੰਜਾਬੀ ਦੇ ਪਹਿਲੇ ਸੰਪਾਦਕ ਹੋਏ ਹਨ ਜਿਨ੍ਹਾਂ ਨੇ ਇੰਨੀ ਰਚਨਾ ਦੀ ਸੰਪਾਦਨਾ ਕੀਤੀ ਹੈ। ਬਾਣੀ ਰਚਨੀ, ਬਾਣੀ ਨੂੰ ਸੰਭਾਲਣਾ, ਭਗਤ ਬਾਣੀ ਨੂੰ ਇਕੱਠਾ ਕਰਨਾ, ਇਹ ਵਿਚਾਰ ਸਾਰਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਵਿੱਚ ਹੀ ਕਰ ਲਿਆ ਸੀ। ਇਹ ਵਿਚਾਰਾਂ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਵਿੱਚ ਹੀ, ਜਦੋਂ ਤੋਂ ਹੀ ਇਹ ਪ੍ਰਚਾਰਕ ਦੌਰਿਆਂ ਤੇ ਨਿਕਲੇ, ਇਹ ਸਾਰੀਆਂ ਬਾਣੀਆਂ ਨੂੰ ਇਕੱਤਰ ਕਰਨ ਦਾ ਵਿਚਾਰ ਉਹਨਾਂ ਨੇ ਪਹਿਲਾਂ ਹੀ ਕੀਤਾ ਹੋਇਆ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਨਾਲ ਇਹ ਚੀਜ਼ਾਂ ਫਿਰ ਪ੍ਰਵਾਨ ਹੋਈਆਂ ਹਨ। ਬੇਸ਼ੱਕ ਅੰਕ ਗਣਨਾ ਵਰਗੀ ਜਿਹੜੀ ਸੰਪਾਦਕੀ ਸੂਚਨਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਹੋਰ ਬਾਣੀ ਸੰਗ੍ਰਹਿ ਵਿੱਚ ਵੀ ਮਿਲਦੀ ਹੈ, ਪਰ ਇਸ ਦਾ ਵਿਧੀਵਤ ਜਿਹੜਾ ਕੰਮ ਹੈ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ, ਕਿਉਂਕਿ ਉਹਨਾਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਖਰੀ ਰੂਪ ਦਿੱਤਾ, ਤੇ ਆਖਰੀ ਰੂਪ ਦੇਣ ਵਾਲੇ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਉਹ ਸਾਰੀ ਰਚਨਾ ਨੂੰ ਵਿਧੀਵਤ ਕਰਕੇ ਦਰਜ ਕੀਤਾ ਜਾਵੇ। ਸੰਪਾਦਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕਾਵ ਦੀ ਜਾਣਕਾਰੀ ਜਾਂ ਕਾਵ ਪ੍ਰਤਿਭਾ, ਰਾਗ ਵਿਦਿਆ ਤੇ ਹੋਰ ਸੰਪਾਦਕ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਹਨ, ਉਹਨਾਂ ਦੀ ਬਹੁਤ ਵੱਡੀ ਡੂੰਘੀ ਸੂਝ ਗੁਰੂ ਸਾਹਿਬ ਜੀ ਨੂੰ ਸੀ। ਕਾਵਿ ਸ਼ਾਸਤਰ ਦੀ ਵਿਸ਼ਾਲ ਜਾਣਕਾਰੀ ਤੇ ਸਭ ਤੋਂ ਵੱਧ ਇਹ ਗੱਲ ਕਿ ਸੰਪਾਦਕੀ ਵਿਉਂਤ, ਜਿਹੜੀ ਇੱਕ ਨਿਸ਼ਚਿਤ ਸੰਪਾਦਕੀ ਵਿਉਂਤ ਬਣਾਉਣੀ, ਇੱਕ ਫਿਕਸ ਜੀ ਕਰਕੇ ਬਣਾਉਣੀ, ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਬੜਾ ਹੀ ਯੋਜਨਾਬੱਧ ਢੰਗ ਦੇ ਨਾਲ ਇਹ ਰੂਪ ਦਿੱਤਾ ਜਾ ਸਕੇ, ਇਹ ਕਮਾਲ ਦੀ ਗੱਲ ਹੈ। ਕਿਸੇ ਵੀ ਸੰਪਾਦਿਤ ਗ੍ਰੰਥ ਵਿੱਚ ਸੰਪਾਦਕੀ ਸੂਚਨਾਵਾਂ ਪ੍ਰਾਪਤ ਪਾਠ ਨੂੰ ਬੜਾ ਹੀ ਸਪਸ਼ਟ ਤੇ ਆਸਾਨੀ ਨਾਲ ਸੰਚਾਰਯੋਗ ਬਣਾਉਣ ਲਈ ਦੇਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ। ਇਹ ਡਾਕਟਰ ਧਰਮ ਸਿੰਘ ਜੀ ਦਾ ਲੇਖ ਹੈ, ਜਿਹਦੇ ਵਿੱਚੋਂ ਮੈਂ ਆਪ ਜੀ ਦੇ ਨਾਲ ਵਿਚਾਰਾ ਸਾਂਝਾ ਕਰ ਰਿਹਾ ਹਾਂ। ਔਰ ਇਸ ਦੇ ਨਾਲ ਮੈਂ ਪ੍ਰਿੰਸੀਪਲ ਹਰਭਜਨ ਸਿੰਘ ਜੀ, ਜੋ ਸ਼ਹੀਦ ਸਿੱਖ ਮਿਸ਼ਨ ਕਾਲਜ ਦੇ ਪ੍ਰਿੰਸੀਪਲ ਸਨ, ਉਹਨਾਂ ਦੇ ਵਿੱਚੋਂ ਵੀ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਔਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਆਦਿ ਬੀੜ ਬਾਰੇ ਕਿਤਾਬ ਜੋ ਹੈ, ਉਹਦੇ ਵਿੱਚੋਂ ਵੀ ਕੁਝ ਨੁਕਤੇ ਸਾਂਝੇ ਜ਼ਰੂਰ ਕਰਾਂਗਾ। ਜਿੰਨਾ ਕੁ ਸਮਾਂ ਹੈ, ਜਿੰਨੀ ਕੁ ਜਾਣਕਾਰੀ ਮੈਨੂੰ ਮਿਲੀ ਹੈ ਜਾਂ ਜਿੰਨੀ ਕੁ ਮੈਨੂੰ ਸਮਝ ਹੈ, ਮੈਂ ਸਿਰਫ ਉਨੀਆਂ ਕਿ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਸਕਦਾ ਹਾਂ। ਤੋ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸੰਪਾਦਕੀ ਸੂਚਨਾ ਸਾਨੂੰ ਮਿਲਦੀਆਂ ਨੇ, ਜਿਹਦੀ ਆਪਾਂ ਅੱਜ ਵਿਚਾਰ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ
ਮਹਿਲਾ ਸੰਕੇਤ ਜਿਹੜਾ ਹੈ ਉਹ ਮਿਲਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੋਂ ਪਹਿਲਾਂ ਜਿਹੜੀ ਪੂਰਬਲੀ ਬਾਣੀ ਇੱਕ ਸੰਗ੍ਰਹਿ ਦੇ ਰੂਪ ਵਿੱਚ ਪ੍ਰਾਪਤ ਹੋਈ, ਕਿਉਂਕਿ ਅਸੀਂ ਇਹ ਜਾਣਦੇ ਹਾਂ ਕਿ ਜਿਹੜੀ ਰਚਨਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਲਿਖਦੇ ਸਨ, ਉਹਨੂੰ ਪੋਥੀ ਦੇ ਉਹਨਾਂ ਨੇ ਉਹ ਪੋਥੀ ਗੁਰੂ ਅੰਗਦ ਦੇਵ ਮਹਾਰਾਜ ਦੇ ਹਵਾਲੇ ਕੀਤੀ। ਤਿਤ ਮਹਿਲ ਜੋ ਸ਼ਬਦ ਹੋਆ, ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਖਜ਼ਾਨਾ ਆਪਣਾ ਰਲਾ ਕੇ ਸ਼ਲੋਕ ਗੁਰੂ ਅਮਰਦਾਸ ਜੀ ਨੂੰ ਦਿੱਤਾ। ਗੁਰੂ ਅਮਰਦਾਸ ਜੀ ਨੇ ਇਹ ਖਜ਼ਾਨਾ ਗੁਰੂ ਰਾਮਦਾਸ ਪਾਤਸ਼ਾਹ ਦੀ ਝੋਲੀ ਵਿੱਚ ਪਾਇਆ, ਔਰ ਗੁਰੂ ਰਾਮਦਾਸ ਮਹਾਰਾਜ ਨੇ ਇਹ ਖਜ਼ਾਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦਿੱਤਾ, ਜਦੋਂ ਸਾਰੇ ਗੁਰਗੱਦੀ ਤੇ ਬਿਰਾਜਮਾਨ ਗੁਰੂ ਹੁੰਦੇ ਸਨ। ਤੋ ਇਹ ਸਾਰੀ ਗੁਰਬਾਣੀ ਜਿਹੜੀ ਹੈ ਇਹ ਇੱਕੋ ਹੀ ਮੋਹਰ ਸ਼ਬਦ ਵਿੱਚ ਮਿਲਦੀ ਹੈ, ਜਿਹਦੇ ਵਿੱਚ ਨਾਨਕ ਪਦ ਵਰਤਿਆ ਗਿਆ ਹੈ। ਭਾਵੇਂ ਕਿਸੇ ਵੀ ਗੁਰੂ ਸਾਹਿਬਾਨ ਦੀ ਰਚਨਾ ਹੈ, ਲੇਕਿਨ ਮੋਹਰ ਸ਼ਬਦ ਕਬੀਰ ਸ਼ਬਦ ਇੱਕ ਨਾਨਕ ਹੀ ਵਰਤੀ ਗਈ ਹੈ। ਇਹਦਾ ਮਤਲਬ ਇਹ ਗੱਲ ਵੀ ਜੋਤ ਹੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ ਦੀ ਜਿਹੜੀ ਗੱਲ ਹੈ ਉਹ ਸਾਨੂੰ ਬੜੀ ਸਪਸ਼ਟ ਜੀ ਨਜ਼ਰ ਆਉਂਦੀ ਹੈ। ਸੰਪਾਦਕੀ ਦ੍ਰਿਸ਼ਟੀਕੋਣ ਤੋਂ ਅਗਰ ਇਹਨੂੰ ਦੇਖੀਏ ਕਿ ਇਹ ਇੱਕ ਗੁੰਝਲਦਾਰ ਜਿਹਾ ਮਸਲਾ ਹੈ। ਸੰਪਾਦਕ ਦੀ ਇਹ ਜ਼ਰੂਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਿਹੜੇ ਸੰਗ੍ਰਹਿ ਦੇ ਬਾਣੀਕਾਰਾਂ ਬਾਰੇ ਪੂਰੀ ਸੂਚਨਾ ਦੇਵੇ, ਫੈਸਲਾ ਕੌਣ ਸੂਚਨਾ ਦੇਵੇ। ਇਸ ਲਈ ਲੇਖਕ ਸੰਕੇਤ ਮਹਿਲੇ ਗੁਰੂ ਅਰਜਨ ਦੇਵ ਜੀ ਨੇ ਜਿਉਂ ਜਾਪਦਾ ਹੈ ਕਿ ਇਹ ਸੰਕੇਤ ਗੁਰੂ ਅਰਜਨ ਦੇਵ ਜੀ ਨੇ ਆਪ ਲੱਭੇ ਹਨ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਸੰਕੇਤਾਂ ਨੂੰ ਵਰਤੋਂ ਕਰਕੇ, ਇਹਨਾਂ ਸੰਕੇਤਾਂ ਦਾ ਇਸਤੇਮਾਲ ਕਰਕੇ ਬਾਣੀਕਾਰਾਂ ਬਾਰੇ ਨਖੇੜਾ ਜਿਹੜਾ ਹੈ ਉਹ ਕੀਤਾ ਗਿਆ ਹੈ, ਕਿਉਂਕਿ ਸਾਰੀ ਬਾਣੀ ਨਾਨਕ ਪਦ ਹੇਠ ਵਰਤੀ ਗਈ ਹੈ। ਇਹ ਸੰਕੇਤਾਂ ਦੀ ਵਰਤੋਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਬਾਣੀ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ। ਸਾਰੀ ਗੁਰਬਾਣੀ ਵਿੱਚ ਆਥਰਸ਼ਿਪ ਸੰਬੰਧੀ ਕਰਤੱਵ ਕਰਕੇ ਲਫ਼ਜ਼ ਪੰਜਾਬੀ ਚ ਵਰਤ ਲਈਏ, ਉਹਦੇ ਸੰਬੰਧੀ ਇੱਕ ਸਾਰਤਾ, ਇਹ ਬੜੀ ਹੀ ਸਾਡੀ ਜੋ ਗੱਲ ਆਪਾਂ ਕੀਤੀ ਹੈ ਵੀ ਇਹਦਾ ਸਿਰਲੇਖ ਜਿਹੜੇ ਹਨ ਇਹ ਗੁਰੂ ਅਰਜਨ ਦੇਵ ਜੀ ਨੇ ਦਿੱਤੇ ਹੋਣਗੇ, ਇਹ ਗੱਲ ਦੀ ਸਾਨੂੰ ਇੱਥੋਂ ਹੀ ਇਹ ਜਾਣਕਾਰੀ ਮਿਲ ਜਾਂਦੀ ਹੈ ਉਹਦੀ ਲਿਖਣ ਸ਼ੈਲੀ ਤੋਂ। ਕਈ ਵਾਰਾਂ ਦੇ ਵਿੱਚ ਪੌੜੀਆਂ ਗੁਰੂ ਸਾਹਿਬਾਨ ਦੀਆਂ ਹਨ, ਸ਼ਲੋਕ ਗੁਰੂ ਸਾਹਿਬਾਨ ਦੂਜੇ ਹੋਰ ਗੁਰੂ ਸਾਹਿਬਾਨ ਦੇ ਹਨ। ਇਸ ਲਈ ਇਹ ਵੱਖ ਕਰਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਸੀ। ਉੱਥੇ ਸਿਰਲੇਖ ਦੇ ਉੱਤੇ ਵੀ ਸ਼ਲੋਕ ਕਿਹੜੇ ਗੁਰੂ ਸਾਹਿਬ ਜੀ ਦਾ ਹੈ, ਕਿਸ ਦਾ ਲਿਖਿਆ ਹੈ, ਉਹ ਮਹਿਲਾ ਦੀ ਵਰਤੋਂ ਹੀ ਕਰਕੇ ਸੰਭਵ ਹੋ ਸਕਦਾ ਸੀ। ਜਿਹੜਾ ਇੱਕ ਸਿਰਲੇਖ ਇੱਕ ਸ਼ਬਦ ਗੁਰੂ ਸਾਹਿਬ ਜੀ ਨੇ ਵਰਤਿਆ ਉਹ ਸੀ ਮਹਿਲਾ ਪਹਿਲਾ। ਇੱਥੇ ਮਹਿਲਾ ਪਹਿਲਾ ਦੂਜੇ ਦੇ ਉਚਾਰਨ ਬਾਰੇ ਵੀ ਵਿਚਾਰ ਮੈਂ ਆਪ ਜੀ ਦੇ ਨਾਲ ਜ਼ਰੂਰੀ ਕਰਦੇ ਹਾਂ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਮਹਿਲਾ ਪਹਿਲਾ ਮਹਿਲਾ ਦੂਜਾ, ਇਹਨੂੰ ਆਮ ਤੌਰ ਮਹੱਲਾ ਇਸ ਤਰ੍ਹਾਂ ਕਰਕੇ ਵੀ ਪੜ੍ਹਿਆ ਜਾਂਦਾ ਹੈ। ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਇਹ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਵੇਂ ਲਿਖਿਆ ਹੈ ਤਿਵੇਂ ਪੜ੍ਹਨਾ ਹੈ। ਇਸ ਲਈ ਜਿਹੜੇ ਸੱਜਣ ਮਹੱਲਾ ਦਾ ਪਾਠ ਆਉਂਦਾ ਤਾਂ ਉੱਥੇ ਉਹ ਜਿਵੇਂ ਲਿਖਿਆ ਵਾਲੀ ਫਾਰਮੂਲੇ ਤੇ ਨਹੀਂ ਚੱਲਦੇ। ਉਹ ਆਮ ਤੌਰ ਤੇ ਮਹੱਲਾ ਕਰਕੇ ਇਹਦੇ ਉੱਤੇ ਅੱਧਕ ਜਿਹਾ ਲਾ ਕੇ ਬੜਾ ਜ਼ੋਰ ਲਾ ਕੇ ਮਹੱਲਾ ਆਮ ਤੌਰ ਤੇ ਇਹਨੂੰ ਪੜ੍ਹਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਪ੍ਰੋਫੈਸਰ ਸਾਹਿਬ ਜੀ ਨੇ ਗੁਰਬਾਣੀ ਵਿਆਕਰਣ ਦੇ ਵਿੱਚ ਜਿਹੜੀ ਇਹ ਗੱਲ ਲਿਖੀ ਹੈ ਕਿ ਉਹਨਾਂ ਨੇ ਲਿਖਿਆ ਕਿ ਇਹ ਸ਼ਬਦ ਮਹਿਲਾ 4 ਅਰਥਾਂ ਦੇ ਵਿੱਚ ਵਰਤਿਆ ਗਿਆ ਹੈ। ਇੱਕ ਮਹਿਲ ਇਸਤਰੀ ਲਈ, ਮਹਿਲ ਕੁਚੱਜੀ ਮਤਬੜੀ, ਕਾਲੀ ਮਨੁੱਖ ਸੁਧ, ਮਾਰੂ ਦੀ ਵਾਰ ਦੇ ਵਿੱਚ ਇਹ ਸ਼ਬਦ ਵਰਤਿਆ ਗਿਆ ਹੈ। ਇੱਕ ਮਹਿਲ ਘਰ ਟਿਕਾਣਾ, ਉਹ ਅਵਸਥਾ ਜਿੱਥੇ ਅਕਾਲ ਪੁਰਖ ਸਾਖਸ਼ਾਤ ਹੋ ਜਾਂਦਾ ਹੈ। ਜਿਵੇਂ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿਆਕਰਣ ਦੇ ਵਿੱਚ ਇਹ ਚੀਜ਼ਾਂ ਦਿੱਤੀਆਂ ਹਨ। ਤੀਜਾ ਮਹਿਲ ਵੱਡੀਆਂ ਇਮਾਰਤਾਂ, ਮਹਾਲੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦੇ ਲਈ ਵਰਤਿਆ ਗਿਆ ਗੜ ਮੰਦਰ ਮਹਿਲਾ। ਉੱਥੇ ਮਹਿਲਾ ਗੜ ਮੰਦਰ ਮਹਿਲਾ ਕਹਾਂ ਜਿਉਂ ਬਾਜੀ ਦੀਵਾਰ, ਰਾਮਪੀ ਰਾਗ ਵਿੱਚ ਇੱਕ ਸ਼ਬਦ ਆਉਂਦਾ, ਉੱਥੇ ਸ਼ਬਦ ਵਿਸਤਾਰ ਮਿਲਾ ਹੈ। ਤੇ ਇੱਕ ਮਹਿਲਾ ਕਾਇਆ ਸਰੀਰ ਦੇ ਲਈ ਵਰਤਿਆ ਗਿਆ ਹੈ, ਉਹ ਵਿਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸਤਾ, ਇਹ ਡਰਨ ਕਹਾਂ ਤੇ ਆਇਆ ਰਹਾਓ।
एक महल तू होए अफारो, एक महल नहीं मानो, एक महल तू आपे आपे, एक महल गरीबानो, एक महल तू पंडित बख्ता, एक महल खल होता, एक महल तू सब किस ग्राहज, एक महल कछु ना लेता। ਇਹ ਗੌੜੀ ਰਾਗ ਦਾ ਸ਼ਬਦ ਹੈ 206 ਅੰਕ ਦੇ ਉੱਤੇ, ਉੱਥੇ ਇਹ ਸ਼ਬਦ ਵਰਤਿਆ ਗਿਆ। ਤਾਂ ਉੱਥੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਇਹ ਕਾਇਆ ਸਰੀਰ ਦੇ ਲਈ ਵੀ ਵਰਤਿਆ ਗਿਆ ਹੈ, ਇਹ ਸ਼ਬਦ ਜਿਹੜਾ ਹੈ ਵਰਤਿਆ ਗਿਆ ਹੈ। ਗੁਰਬਾਣੀ ਪ੍ਰਮਾਣ ਸਾਡੇ ਨਾਲ ਅਸੀਂ ਸਾਂਝ ਕੀਤੇ ਤੋਂ ਗੱਲ ਤਾਂ ਬੜੀ ਸਾਫ਼ ਹੈ। ਸਤਿਗੁਰੂ ਜੀ ਦੀ ਉਚਾਰੀ ਹੋਈ ਬਾਣੀ ਵਿੱਚ ਨਾਮ ਕੇਵਲ ਨਾਨਕ ਹੀ ਆਉਂਦਾ ਹੈ। ਇਹ ਨਿਰਣਾ ਕਰਨ ਲਈ ਕਿ ਇਹ ਬਾਣੀ ਕਿਸ ਦੀ, ਕਿਸ ਗੁਰੂ ਵਿਅਕਤੀ ਦੀ ਹੈ। ਸ਼ਬਦ ਮਹਿਲ ਵਰਤਿਆ ਗਿਆ, ਜਿਸ ਦਾ ਅਰਥ ਹੈ ਵਿਅਕਤੀ ਕਾਇਆ। ਜਿਹੜਾ ਚੌਥਾ ਪ੍ਰਮਾਣ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ, ਉਹਦਾ ਅਰਥ ਇਹ ਹੈ। ਜਿਵੇਂ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਜੋਤ ਸਾਰਿਆਂ ਦੀ ਇੱਕੋ ਹੈ, ਜੋਤ ਉਹ ਹੈ ਜੁਗਤ ਸਾਏ ਵਾਲਾ ਪ੍ਰਮਾਣ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਭਾਈ ਗੁਰਦਾਸ ਜੀ ਦਾ ਇਹ ਪ੍ਰਮਾਣ। ਗੁਰਬਾਣੀ ਵਿੱਚ 3 ਵੇਰ ਸ਼ਬਦ ਮਹਿਲ ਵੀ ਆਇਆ ਹੈ, ਜੋ ਇੱਕ ਵਚਨ ਪੁਲਿੰਗ ਵਾਚਕ ਹੈ। ਉਸਦੇ ਅਰਥ ਇਸਤਰੀ ਨਹੀਂ ਹੋ ਸਕਦੇ, ਕਿਉਂਕਿ ਇਹ ਪੰਨਾ ਨੰਬਰ 16 ਤੇ ਪੰਨਾ ਨੰਬਰ 18 ਤੇ ਪੰਨਾ ਨੰਬਰ 1193 ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ ਇਹ ਤੇ ਸ਼ਬਦ ਆਇਆ ਹੈ। ਤੋ ਇੱਥੇ ਮਹਿਲਾ ਦਾ ਪਾਠ ਜਿਵੇਂ ਪਹਿਲਾ, ਗਹਿਲਾ, ਸਹਿਲਾ ਅਸੀਂ ਬੋਲਦੇ ਹਾਂ, ਉਸ ਤਰ੍ਹਾਂ ਪਾਠ ਹੋਏਗਾ। ਜੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ, ਔਰ ਸਿੱਖ ਮਿਸ਼ਨ ਕਾਲਜ ਵੱਲੋਂ ਛਪੀ ਹੋਈ ਸ਼ੁੱਧ ਗੁਰਬਾਣੀ ਉਚਾਰਨ ਦੇ ਜਿਹੜੀ ਪੁਸਤਕ ਹੈ, ਉਹਦੇ ਵਿੱਚ ਵੀ ਇਹ ਉਦਾਹਰਨਾਂ ਜਿਹੜੀਆਂ ਹਨ ਇਹ ਦਿੱਤੀਆਂ ਹਨ। ਇਸ ਵਾਸਤੇ ਸ਼ਬਦ ਮਹਿਲਾ, ਪਹਿਲਾ, ਗਹਿਲਾ ਨੂੰ ਮਹੱਲਾ ਕਰਕੇ ਪੜ੍ਹਨਾ ਇਹ ਬਾਣੀ ਸ਼ੁੱਧ ਉਚਾਰਨ ਹੈ, ਜਿਹੜਾ ਆਮ ਤੌਰ ਤੇ ਅੱਜ ਕੱਲ੍ਹ ਡੇਰੇਵਾਦ ਜਾਂ ਉਹਨਾਂ ਵੱਲੋਂ ਇਹ ਸ਼ਬਦ ਇਸ ਤਰ੍ਹਾਂ ਉਚਾਰਨ ਕੀਤਾ ਜਾਂਦਾ ਹੈ, ਜਿਹੜਾ ਕਿ ਇੱਕ ਸ਼ੁੱਧ ਉਚਾਰਨ ਨਹੀਂ ਹੈ। ਤੋ ਇਸ ਵਾਸਤੇ ਆਪਾਂ ਇਸ ਮਹਿਲਾ ਦੇ ਉਚਾਰਨ ਦੀ ਗੱਲ ਨੂੰ ਬੜਾ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸ਼ਬਦ ਨੂੰ ਮਹਿਲਾ, ਪਹਿਲਾ, ਗਹਿਲਾ ਇਸ ਕਰਕੇ ਇਹ ਉਸ ਢੰਗ ਨਾਲ ਪੜ੍ਹਨਾ ਪਏਗਾ ਜਾਂ ਉਸ ਹਿਸਾਬ ਨਾਲ ਉਚਾਰਨ ਕਰਨਾ ਚਾਹੀਦਾ ਹੈ। ਤੋ ਇਹ ਗੱਲ ਜ਼ਰੂਰੀ ਹੈ ਵੀ ਕਿਉਂ ਹਰ ਸ਼ਬਦ ਦੇ ਸਾਰੇ ਬਾਣੀ ਨਾਨਕ ਲਫ਼ਜ਼ ਕਰਕੇ ਵਰਤੀ ਗਈ ਹੈ। ਹੁਣ ਸੰਪਾਦਕੀ ਦੀ ਜਿਹੜੀ ਦ੍ਰਿਸ਼ਟੀਕੋਣ ਤੋਂ ਇਹ ਬੜਾ ਗੁੰਝਲਦਾਰ ਮਸਲਾ ਸੀ ਕਿ ਇਹ ਬਾਣੀ ਦੇ ਜਿਹੜੇ ਵੱਖਰੇ ਵੱਖਰੇ ਜਿਨ੍ਹਾਂ ਨੇ ਉਚਾਰਨ ਕੀਤੇ ਉਹਨੂੰ ਕਿਵੇਂ ਵੱਖ ਕੀਤਾ ਜਾਏ। ਕਿ ਸੰਪਾਦਕ ਦੀ ਫਿਰ ਜ਼ਿੰਮੇਵਾਰੀ ਸੀ ਕਿ ਉਹ ਬਾਣੀਕਾਰਾਂ ਬਾਰੇ ਵੱਖਰੀ ਵੱਖਰੀ ਜਿਹੜੀ ਫੈਸਲਾਕੁਨ ਕੋਈ ਸੂਚਨਾ ਦੇਵੇ। ਇਸ ਵਾਸਤੇ ਇਹ ਲੇਖਕ ਸੰਕੇਤ ਮਹਿਲੇ ਗੁਰੂ ਅਰਜਨ ਦੇਵ ਜੀ ਨੇ ਲੱਭੇ ਤੇ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਇਹਨਾਂ ਨੂੰ ਦਰਜ ਕਰ ਦਿੱਤਾ ਗਿਆ। ਤੋ ਇੱਥੇ ਅਸੀਂ ਜਾਣਦੇ ਹਾਂ ਕਿ ਕਈ ਜਦੋਂ ਅਸੀਂ ਵਾਰਾਂ ਦੀ ਖਾਸ ਕਰਕੇ ਗੱਲ ਅੱਗੇ ਜਾ ਕੇ ਮੈਂ ਕਰਾਂਗਾ ਥੋੜੀ ਜਿਹੀ ਗੱਲ, ਉਹਦੇ ਵਿੱਚ ਵੀ ਜਦੋਂ ਵੱਖਰੇ ਵੱਖਰੇ ਗੁਰੂ ਸਾਹਿਬਾਨ ਦੇ ਸ਼ਲੋਕ ਤੇ ਵਾਰਾਂ ਸਾਨੂੰ ਪੌੜੀਆਂ ਮਿਲਦੀਆਂ ਨੇ, ਉੱਥੇ ਵੀ ਇਸ ਨਿਖੇੜਾ ਜਿਹੜਾ ਇਸੇ ਤਰ੍ਹਾਂ ਹੀ ਕੀਤਾ ਗਿਆ ਹੈ। ਤੋ ਭਗਤ ਬਾਣੀ ਦੇ ਜਦੋਂ ਸ਼ਬਦ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਅਖੀਰ ਤੇ ਭਗਤ ਕਵੀ ਦਾ ਨਾਂ ਅੱਧਾ ਜਾਂ ਪੂਰਾ ਆਉਂਦਾ ਹੈ। ਪਰ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ ਖਾਸ ਕਰਕੇ ਉਸ ਭਗਤ ਦਾ ਨਾਮ ਜਿਹੜਾ ਉਹ ਵੀ ਦਿੱਤਾ ਹੈ। ਸਿਰਲੇਖ ਜਿਹੜੇ ਹਨ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਦਿੱਤੇ ਹਨ। ਉਦਾਹਰਨਾਂ ਆਪਾਂ ਲੈ ਲਈਏ, ਆਸਾ ਬਾਣੀ ਨਾਮਦੇਵ ਜੀ ਕੀ ਸਿਰਲੇਖ ਹੈ। ਧਨਾਸਰੀ ਭਗਤ ਰਵਿਦਾਸ ਜੀ ਕੀ, ਇਹ ਵੀ ਸਿਰਲੇਖ ਹੈ। ਗੁਜਰੀ ਤਰਲੋਚਨ ਜੀ ਕੇ ਪਦੇ, ਰਾਗ ਗੁਜਰੀ ਬਾਣੀ ਭਗਤਾਂ ਕੀ ਸ਼੍ਰੀ ਕਬੀਰ ਜੀ ਦਾ ਚੌਪਦਾ, ਰਾਗ ਸੂਹੀ ਸ਼੍ਰੀ ਕਬੀਰ ਜੀ ਤਥਾ ਸਭਨਾ ਭਗਤਾਂ ਕੀ। ਤੋ ਇਹਨਾਂ ਉਦਾਹਰਨਾਂ ਦੇ ਵਿੱਚ ਇੱਕ ਆਦਰਸ਼ਕ ਸੂਚਕ ਸ਼ਬਦ ਸੀ ਜੀਓ, ਜੀ, ਸ਼੍ਰੀ। ਇਹ ਗੱਲਾਂ ਨੋਟ ਕਰਨ ਵਾਲੀਆਂ ਹਨ, ਕਿੰਨਾ ਸਤਿਕਾਰ ਗੁਰੂ ਸਾਹਿਬ ਜੀ ਨੇ ਦਿੱਤਾ। ਇਹ ਪ੍ਰਮਾਣ ਹੈ ਕਿ ਗੁਰੂ ਅਰਜਨ ਦੇਵ ਜੀ ਵੱਲੋਂ ਵਰਤੇ ਗਏ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਵਰਤੇ ਗਏ ਹੋਣਗੇ, ਕਿਉਂਕਿ ਭਗਤ ਆਪਣੇ ਵਿਦਵਾਨ ਆਪਣੇ ਨਾਮ ਨਾਲ ਕਦੀ ਸ਼੍ਰੀ ਸ਼ਬਦ ਦੀ ਵਰਤੋਂ ਨਹੀਂ ਕਰਦਾ, ਜਾਂ ਕੋਈ ਵੀ ਆਪਣਾ ਨਾਮ ਲਿਖਣ ਲੱਗਿਆ ਕਦੀ ਆਪਣੇ ਆਪ ਨੂੰ ਸ਼੍ਰੀ ਨਹੀਂ ਲਿਖਦਾ। ਇਹ ਕਿਸੇ ਹੋਰ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜਦੋਂ ਗੁਰੂ ਸਾਹਿਬ ਜੀ ਨੇ ਭਗਤ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤਾ ਤਾਂ ਇਹ ਸਿਰਲੇਖ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਦਿੱਤੇ ਹਨ। ਗੁਰਬਾਣੀ ਨੂੰ ਭਗਤ ਬਾਣੀ ਨਾਲੋਂ ਵੱਖਰਾ ਕਰਨ ਲਈ, ਆਥਰਸ਼ਿਪ ਦੀ ਨਿਗਾਹ ਤੋਂ ਵੱਖਰਾ ਕਰਨ ਲਈ ਗੁਰੂ ਸਾਹਿਬ ਨੇ, ਮੈਂ ਵੱਖਰਾ ਕਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਅਲੱਗ ਕਰਨ ਲਈ ਜਾਂ ਹੋਰ ਗ੍ਰੰਥ ਬਣਾਉਣ ਲਈ,
ਆਥਰਸ਼ਿਪ ਦੀ ਗੱਲ ਕਰਦਾ ਹਾਂ, ਰਾਈਟਰ ਦੀ ਗੱਲ ਕਰਦਾ ਹਾਂ। ਉਹ ਗੁਰੂ ਸਾਹਿਬ ਜੀ ਨੇ ਸਪਸ਼ਟ ਸੂਚਨਾਵਾਂ ਉਹ ਵੀ ਦਰਜ ਕੀਤੀਆਂ ਹਨ, ਸੰਪਾਦਕੀ ਸੂਚਨਾਵਾਂ, ਕਿਵੇਂ ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਬਾਣੀ ਭਗਤਾਂ ਕੀ, ਕਬੀਰ ਨਾਮਦੇਵ ਜੀ ਤਥਾ ਰਵਿਦਾਸ ਕੀ, ਸਿਰਲੇਖ ਆਉਂਦਾ ਹੈ। ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਨਾਮ ਜੀਓ ਰਵਿਦਾਸ ਜੀਓ ਆਦਿ, ਇਸ ਤਰ੍ਹਾਂ ਇਹ ਵੀ ਲਿਖਿਆ ਹੁੰਦਾ ਹੈ, ਮਿਲਦਾ ਹੈ। ਇਹਨਾਂ ਸੂਚਨਾਵਾਂ ਤੋਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਉਹ ਭਗਤ ਬਾਣੀ ਦਾ ਇਹ ਜਿਹੜਾ ਅੰਕਨ ਕਿੱਦਾਂ ਸੀ। ਜਿਵੇਂ ਉਹਨਾਂ ਗੁਰੂ ਸਾਹਿਬ ਜੀ ਸਿਰਲੇਖ ਦਿੱਤੇ ਨਾ, ਕਿ ਪਹਿਲਾਂ ਕਿਹੜੇ ਭਗਤ ਦੀ ਬਾਣੀ, ਦੂਜੇ ਕਿਹੜੇ ਭਗਤ ਦੀ ਬਾਣੀ, ਤੀਜੇ ਕਿਹੜੇ ਭਗਤ ਦੀ ਬਾਣੀ ਹੈ। ਇਹਨਾਂ ਤੋਂ ਇਹ ਵੀ ਸੰਕੇਤਾਂ ਤੋਂ ਗੱਲ ਸਪਸ਼ਟ ਹੋ ਜਾਂਦੀ ਹੈ, ਜਿਵੇਂ ਬਾਣੀ ਭਗਤਾਂ ਕੀ, ਕਬੀਰ ਜੀ ਨਾਮਦੇਵ ਜੀ ਤਥਾ ਰਵਿਦਾਸ ਜੀ, ਇਹਦਾ ਮਤਲਬ ਪਹਿਲਾਂ ਕਬੀਰ ਜੀ ਦੀ ਬਾਣੀ, ਫਿਰ ਨਾਮਦੇਵ ਜੀ ਦੀ, ਫਿਰ ਰਵਿਦਾਸ ਜੀ ਦੀ ਬਾਣੀ। ਇੱਥੋਂ ਗੱਲ ਬੜੀ ਸਪਸ਼ਟ ਹੀ ਹੋ ਜਾਂਦੀ ਹੈ ਕਿ ਭਗਤਾਂ ਦੀ ਬਾਣੀ ਦੀ ਤਰਤੀਬ ਕਿਸ ਢੰਗ ਨਾਲ ਗੁਰੂ ਸਾਹਿਬ ਜੀ ਨੇ ਸਿਰਲੇਖਾਂ ਦੇ ਵਿੱਚ ਹੀ ਦੇ ਦਿੱਤੀ। ਤੋ ਇਸ ਵਾਸਤੇ ਜਿਹੜੇ ਸਿਰਲੇਖ ਆਉਂਦੇ ਨੇ, ਇਹਨਾਂ ਨੂੰ ਵੀ ਬੜੇ ਧਿਆਨ ਨਾਲ ਸਾਨੂੰ ਪੜ੍ਹਨ ਦੀ ਲੋੜ ਹੁੰਦੀ ਹੈ, ਧਿਆਨ ਇਹਨਾਂ ਦਾ ਦੇਖਣ ਦੀ ਲੋੜ ਹੁੰਦੀ ਹੈ। ਉਸ ਤੋਂ ਅੱਗੇ ਚਲੀਏ ਗਾਇਨ ਸ਼ੈਲੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਕਿ ਬਾਣੀ ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ। ਬਹੁਤ ਸਾਰੀਆਂ ਵੱਖ-ਵੱਖ ਗਾਇਨ ਸ਼ੈਲੀਆਂ ਜਿਹੜੀਆਂ ਹਨ ਉਹ ਇਹਦੇ ਵਿੱਚ ਦਿੱਤੀਆਂ ਗਈਆਂ ਹਨ। ਇਹੋ ਹੀ ਕਾਰਨ ਹੈ ਕਿ ਰਾਗਾਂ ਤੇ ਗਾਇਨ ਸ਼ੈਲੀਆਂ ਨਾਲ ਸੰਬੰਧਿਤ ਕਈ ਸੰਪਾਦਕੀ ਸੂਚਨਾਵਾਂ ਵੀ ਸਾਨੂੰ ਇੱਥੋਂ ਮਿਲਦੀਆਂ ਹਨ। ਇਹੋ ਹੀ ਕਾਰਨ ਹੈ। ਮਿਸਾਲ ਦੇ ਵਜੋਂ, ਉਦਾਹਰਨ ਦੇ ਵਜੋਂ, ਵਾਰ ਗਾਇਕੀ ਨੂੰ ਗੁਰਬਾਣੀ ਦੀ ਗਾਇਨ ਸ਼ੈਲੀ ਨੂੰ ਵਿਸ਼ੇਸ਼ ਰੂਪ ਵਿੱਚ ਗੁਰਬਾਣੀ ਦੀ ਵਿੱਚ ਪ੍ਰਭਾਵਿਤ ਕੀਤਾ ਹੈ। ਇਸ ਵਾਰ ਗਾਇਕੀ ਜਿਹੜੀ ਸੀ ਉਸ ਵੇਲੇ ਚੱਲਦੀ ਸੀ। ਕੁਝ ਵਾਰਾਂ ਸਾਨੂੰ ਅਜਿਹੀਆਂ ਮਿਲਦੀਆਂ ਨੇ ਜੋ ਪੂਰਵ ਨਾਨਕ ਕਾਲ ਤੋਂ ਵੀ ਪਹਿਲਾਂ ਦੀਆਂ ਮੰਨੀਆਂ ਜਾਂਦੀਆਂ ਹਨ, ਜਿਹੜੀਆਂ ਬਾਣੀ ਦੇ ਵਿੱਚ ਗੱਲ ਨਹੀਂ ਕਰ ਰਿਹਾ, ਜਿਹੜੀਆਂ ਵਾਰਾਂ ਦੇ ਇਹਨਾਂ ਦੇ ਧੁਨੀਆਂ ਦੀਆਂ ਗੱਲ ਵਿੱਚ ਆਈ ਹੈ, ਜਿਨ੍ਹਾਂ ਦੇ ਸਿਰਲੇਖ ਆਏ ਹਨ, ਉਹਨਾਂ ਦੀ ਗੱਲ ਕਰ ਰਿਹਾ ਹਾਂ। ਉਹ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਪਹਿਲਾਂ ਦੀਆਂ ਮੰਨੀਆਂ ਜਾਂਦੀਆਂ ਨੇ, ਪਰ ਗਾਇਕੀ ਦੀ ਦ੍ਰਿਸ਼ਟੀ ਤੋਂ ਬੜੀਆਂ ਕੀਮਤੀ ਸਨ। ਮਤਲਬ ਉਹਨਾਂ ਦੀ ਗਾਇਕੀ ਸ਼ੈਲੀ ਉਹਨਾਂ ਦੀ ਵਧੀਆ ਸੀ। ਗੁਰੂ ਸਾਹਿਬ ਨੇ ਜਿਹੜੀ ਵਾਰ ਨੂੰ ਕਿਸੇ ਖਾਸ ਵਾਰ ਦੀ ਤਰਜ਼ ਤੇ ਗਾਉਣ ਦੀ ਲੋੜ ਮਹਿਸੂਸ ਕੀਤੀ, ਤਾਂ ਉਹਦੇ ਸ਼ੁਰੂ ਦੇ ਵਿੱਚ ਪ੍ਰਚਲਿਤ ਵਾਰ ਦਾ ਨਾਂ ਦਿੱਤਾ, ਤਾਂ ਜੋ ਗਾਇਨ ਸੰਬੰਧੀ ਕਿਸੇ ਕਿਸਮ ਦੀ ਕੋਈ ਵੀ ਭੁਲੇਖਾ ਨਾ ਬਚੇ, ਅਸਪਸ਼ਟਤਾ ਨਾ ਰਵੇ। ਇਹ ਵਾਰਾਂ 9 ਵਾਰਾਂ ਹਨ ਜਿਨ੍ਹਾਂ ਦੀਆਂ ਧੁਨੀਆਂ ਉੱਤੇ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਵਾਰਾਂ ਦੀ ਗਿਣਤੀ ਜਿਹੜੀ ਹੈ ਉਹ 22 ਹੈ। ਤੇ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਵਿੱਚੋਂ 21 ਵਾਰਾਂ ਗੁਰੂ ਸਾਹਿਬਾਨ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇੱਕ ਵਾਰ ਭਾਈ ਸੱਤੇ ਤੇ ਬਲਵੰਡ ਦੀ ਵਾਰ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਜੀ ਦੀ ਜਿਹੜੀ ਸ਼ੈਲੀ ਹੈ ਉਹ ਕਮਾਲ ਦੀ ਹੈ। ਅਸੀਂ ਇਹਨੂੰ ਗੁਰਬਾਣੀ ਦੀ ਜਿਹੜੀ ਵਾਰਾਂ ਦੀ ਸ਼ੈਲੀ ਨੂੰ ਵੀ ਦੇਖ ਲਈਏ, ਥੋੜਾ ਜਿਹਾ ਵਿਚਾਰ ਕਰ ਲਈਏ, ਤਾਂ ਉਹਦੇ ਤੋਂ ਵੀ ਸਾਨੂੰ ਇਹ ਗੱਲ ਸਮਝ ਆ ਜਾਏਗੀ ਕਿ ਇਹ ਵਾਰਾਂ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਉਚਾਰਨ ਕੀਤੀਆਂ ਜਾਂ ਕਿਵੇਂ ਹਨ, ਇਹ ਕਿੰਨੀਆਂ ਵਾਰਾਂ ਹਨ, ਕਿੰਨਾ ਹੈ। ਤੇ ਗੁਰੂ ਵਿਅਕਤੀਆਂ ਦੀ ਬਾਣੀ ਵਿੱਚ ਸ਼ਬਦਾਂ, ਅਸ਼ਟਪਦੀਆਂ, ਸ਼ੰਤਾਂ, ਵਾਰਾਂ, ਥਿੱਤਾਂ, ਪੱਟੀ, ਇਹ 12 ਮਾਹ 52 ਅੱਖਰੀ ਤੋਂ ਬਿਨਾਂ ਇਹ 22 ਵਾਰਾਂ ਦੇ ਵਿੱਚੋਂ ਵੀ ਸ਼ਾਮਲ ਹਨ। ਇਹਨਾਂ ਵਿੱਚੋਂ 3 ਵਾਰਾਂ ਗੁਰੂ ਨਾਨਕ ਸਾਹਿਬ ਦੀਆਂ ਹਨ, ਰਾਗ ਮਾਝ ਵਿੱਚ, ਰਾਗ ਆਸਾ, ਰਾਗ ਮਲਾਰ ਵਿੱਚ। 4 ਵਾਰਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਹਨ। ਗੁਰੂ ਅੰਗਦ ਦੇਵ ਜੀ ਨੇ ਕੇਵਲ ਸ਼ਲੋਕ ਉਚਾਰਨ ਕੀਤੇ ਹਨ। ਗੁਰੂ ਅਮਰਦਾਸ ਜੀ ਦੀਆਂ ਵਾਰਾਂ ਗੁਜਰੀ, ਸੂਹੀ, ਰਾਮਕਲੀ, ਮਾਰੂ ਰਾਗ ਵਿੱਚ ਹੈ। ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਹਨ। ਤੇ ਸ਼੍ਰੀ ਰਾਗ, ਗੌੜੀ, ਬਿਹਾਗੜਾ, ਵਡਹੰਸ, ਸੂਰਠ, ਬਿਲਾਵਲ, ਸਾਰੰਗ ਤੇ ਕਾਨੜਾ, ਇਹਨਾਂ ਵਿੱਚ 8 ਵਾਰਾਂ ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ। 4 ਗੁਰੂ ਅਰਜਨ ਦੇਵ ਜੀ ਦੀਆਂ 6 ਵਾਰਾਂ ਹਨ। ਗੌੜੀ ਵਿੱਚ, ਗੁਜਰੀ, ਜੈਤਸਰੀ, ਰਾਮਕਲੀ, ਮਾਰੂ ਤੇ ਬਸੰਤ, ਇਹ ਰਾਗਾਂ ਵਿੱਚ ਵਾਰਾਂ ਹਨ। ਸੱਤੇ ਬਲਵੰਡ ਦੀ ਵਾਰ ਹੈ, 8 ਪੌੜੀਆਂ ਹਨ, ਜਿਹਦਾ ਸਿਰਲੇਖ ਹੈ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਇਹ ਸੱਤੇ ਤੇ ਬਲਵੰਡ ਦੀ ਵਾਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹਦੀਆਂ 8 ਪੌੜੀਆਂ ਹਨ। ਤੋ ਰਾਗ ਰਾਮਕਲੀ ਵਿੱਚ ਰਾਗਾਂ ਅਨੁਸਾਰ ਇਹ 8 ਪੌੜੀਆਂ ਜਿਹੜੀਆਂ ਹਨ ਉਹ ਇਸ ਵਾਰ ਦੀਆਂ ਹਨ। ਬਾਕੀ 13 ਰਾਗਾਂ ਦੇ ਵਿੱਚ ਜਿਹੜੀਆਂ ਗੌੜੀ ਰਾਗ ਵਿੱਚ 2 ਵਾਰਾਂ ਆਉਂਦੀਆਂ ਨੇ। ਅਸੀਂ ਰਾਗਾਂ ਦੇ ਅਨੁਸਾਰ ਜੇ ਗੱਲ ਕਰ ਲਈਏ, ਗੌੜੀ ਰਾਗ ਵਿੱਚ 2 ਵਾਰਾਂ ਨੇ, ਗੁਜਰੀ ਵਿੱਚ 2 ਵਾਰਾਂ ਹਨ, ਰਾਮਕਲੀ ਵਿੱਚ 3 ਵਾਰਾਂ ਹਨ, ਮਾਰੂ ਵਿੱਚ 2 ਵਾਰਾਂ ਹਨ,
ਤੇ ਬਾਕੀ 13 ਰਾਗਾਂ ਵਿੱਚ ਇੱਕ ਇੱਕ ਵਾਰ ਹੈ ਜਿਹੜੀ ਸ਼੍ਰੀ ਰਾਗ, ਮਾਝ, ਆਸਾ, ਬਿਹਾਗੜਾ, ਵਡਹੰਸ, ਸੋਰਠ, ਜੈਤਸਰੀ, ਸੂਹੀ, ਬਿਲਾਵਲ, ਬਸੰਤ, ਸਾਰੰਗ, ਮਲਾਰ, ਕਾਂਗੜਾ। ਇੱਥੇ ਇੱਕ ਹੋਰ ਗੱਲ ਜਿਹੜੀ ਸਪੈਸ਼ਲ ਹੈ ਉਹ ਹੈ ਕਿ ਸੱਤੇ ਬਲਵੰਡ ਦੀ ਵਾਰ, ਜਿਹਨੂੰ ਰਾਮਕਲੀ ਕੀ ਵਾਰ ਰਾਏ ਬਲਵੰਡ ਤਤ ਸਤੇ ਢੂਮ ਆਖੀ, ਅਤੇ ਰਾਗ ਬਸੰਤ ਦੀ ਵਾਰ ਤੋਂ ਬਿਨਾਂ ਹਰੇਕ ਵਾਰ ਦੀਆਂ ਪੌੜੀਆਂ ਤੋਂ ਪਹਿਲਾਂ ਵੱਖ-ਵੱਖ ਗੁਰੂ ਜੀ ਦੇ ਸ਼ਲੋਕ ਦਰਜ ਹਨ। ਵੱਖਰੇ ਵੱਖਰੇ ਗੁਰੂ ਜੀ ਦੇ ਸ਼ਲੋਕ ਦਰਜ ਹਨ। ਕਿਤੇ ਸ਼ਲੋਕ ਉਸੇ ਗੁਰੂ ਵਿਅਕਤੀ ਦੇ ਵੀ ਹਨ ਜਿਨ੍ਹਾਂ ਦੀ ਇਹ ਵਾਰ ਉਚਾਰਨ ਕੀਤੀ ਗਈ ਹੋਈ ਹੈ। ਕਿਤੇ ਇਹ ਰਲਵੇਂ ਮਿਲਵੇਂ ਰੂਪ ਵਿੱਚ ਮਿਲਦੇ ਹਨ, ਕਿਤੇ ਦੂਸਰੇ ਗੁਰੂ ਵਿਅਕਤੀਆਂ ਦੇ ਸਿਰਲੇਖ ਮਿਲਦੇ ਹਨ। ਤੋਂ ਰਾਗਾਂ ਵਿੱਚ ਇਹ ਸ਼ਲੋਕ ਸ਼ਾਮਲ ਕਰਨ ਦਾ ਜਿਹੜਾ ਉਪਕਾਰ ਹੈ ਇਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਪਾਦਨਾ ਦੇ ਸਮੇਂ ਕੀਤਾ ਹੈ। ਜਦੋਂ ਕਿਉਂਕਿ 12 ਦਾ ਪਹਿਲਾ ਸਰੂਪ ਕੇਵਲ ਪੌੜੀਆਂ ਵਾਲਾ ਸੀ, ਗੁਰੂ ਸਾਹਿਬ ਜੀ ਨੇ 12 ਦੇ ਨਾਲ ਮਿਲਦੇ ਜਿਹੜੇ ਸ਼ਲੋਕ ਸੀ ਉਹ ਦਰਜ ਕਰ ਦਿੱਤੇ। ਹੁਣ ਜਿਹੜੀਆਂ ਅਸੀਂ ਵਿਚਾਰ ਕਰ ਰਹੇ ਸਾਂ ਵੀ ਜਿਹੜੀਆਂ 12 ਦੀ ਵਿਚਾਰ ਅਸੀਂ ਕੀਤੀ ਜਾਂ 12 ਦੀ ਵਿਚਾਰ ਅਸੀਂ ਕਰ ਰਹੇ ਹਾਂ, ਉਹਨਾਂ ਦੇ ਸੰਪਾਦਕੀ ਸੂਚਨਾਵਾਂ ਦੇ ਵਿੱਚ ਜਿਹੜੀਆਂ 9 ਵਾਰਾਂ ਨੂੰ ਜਿਹੜੀਆਂ ਧੁਨੀਆਂ ਦੇ ਉੱਤੇ ਗਾਉਣ ਦੀ ਹਦਾਇਤ ਹੈ ਉਹ ਗੱਲ ਅਸੀਂ ਕਰਦੇ ਹਾਂ। ਉਹ ਵਾਰਾਂ ਕਿਹੜੀਆਂ ਹਨ? ਵਾਰ ਮਾਝ ਕੀ ਤਥਾ ਸ਼ਲੋਕ ਮਹਿਲਾ ਪਹਿਲਾ। ਇੱਥੇ ਲਿਖਿਆ ਮਲਕ ਮਰੀਦ ਵੀ ਅੰਦਰ ਮੈਂ ਬਣਾ ਦੇਣੀ 2 ਕੱਪ ਤੁਹਾਡੇ ਉਹਦੇ ਲਈ ਵੀ ਆਪਣੇ ਤੁਹਾਡੇ ਲਈ ਵੀ, ਠੀਕ ਹੈ। ਪਹਿਲਾਂ 9 ਜਿਹੜੇ ਤਰਜਾਂ ਤੇ ਗਾਉਣ ਦੀ ਹਦਾਇਤ ਕੀਤੀ ਗਈ ਉਹ ਦੇਖੋ। ਵਾਰ ਮਾਝ ਕੀ ਤਥਾ ਸ਼ਲੋਕ ਮਹਿਲਾ ਪਹਿਲਾ, ਮਲਕ ਮਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਨੀ। ਦੂਜਾ ਹੈ ਗੌੜੀ ਕੀ ਵਾਰ ਮਹਿਲਾ ਪੰਜਵਾਂ, ਰਾਏ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨ। ਤੀਜਾ ਹੈ ਆਸਾ की वार महला पहला, टुंडे अस राजे की धुनी। चौथा है बड़हंस की वार महला चौथा, जिन्हों लल्ला बहलीमा की धुन। ਇਹਦੇ ਉੱਤੇ ਗਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਪੰਜਵਾਂ ਹੈ ਗੁਜਰੀ की वार महला तीजा, ਇਹ सिकंदर बिराहिम की धुनी। छेवां आउंदा रामकली की वार महला तीजा, जोधे वीरे पुरवाने की धुनी। फिर सारंग की वार महला चौथा, राय महमे हसने की धुन। फिर मलार की वार महला पहला, राणे कैलाश तथा मालदे की धुन। फिर कांगड़े की वार महला चौथा, मूसे की वार की धुनी। ਇਹ ਧੁਨੀਆਂ ਗੁਰੂ ਗ੍ਰੰਥ ਸਾਹਿਬ ਜੀ ਕਿਹਨੇ ਚੜਾਈਆਂ? ਇਹਦੇ ਬਾਰੇ ਸਿੱਖ ਵਿਦਵਾਨਾਂ ਵਿੱਚ ਰਾਵਾਂ ਤਾਂ ਵੱਖ-ਵੱਖ ਹਨ। ਕੁਝ ਵਿਦਵਾਨ ਇਹ ਵਿਚਾਰ ਤਾਂ ਦਿੰਦੇ ਹਨ ਕਿ ਇਹ ਧੁਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੜਾਈਆਂ, ਪਰ ਇਹ ਨਿਰਮੂਲ ਬਾਤ ਹੈ। ਅਸਲ ਵਿੱਚ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਧੁਨੀਆਂ ਚੜਾਈਆਂ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇਹਨਾਂ ਧੁਨੀਆਂ ਦੇ ਇਹ ਧੁਨੀਆਂ ਦੇ ਬਾਰੇ ਲਿਖਿਆ ਹੈ ਕਿ ਧੁਨੀਆਂ ਦੇ ਸੰਕੇਤ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਦਰਜ ਕੀਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਪਿਆ ਹੋਇਆ ਸ਼ਬਦਾਰਥ ਜੋ ਹੈ ਉਹਦੇ ਵਿੱਚ ਇਸ ਗੱਲ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ। ਉਹਦੇ ਸ਼ਬਦਾਰਥ ਜਿਹੜੇ ਸੰਪਾਦਕ ਹਨ ਉਹਨਾਂ ਨੇ ਇਸ ਵਿਵਾਦ ਵੱਲ ਇਸ਼ਾਰਾ ਕਰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਵਾਲੀ ਮਾਨਤਾ ਨੂੰ ਰੱਦ ਕਰਦਿਆਂ ਹੋਇਆਂ ਸਪਸ਼ਟ ਤੌਰ ਤੇ ਇਹ ਗੱਲ ਲਿਖ ਦਿੱਤੀ ਕਿ ਆਮ ਤੌਰ ਤੇ ਲਿਖਾਰੀ ਧੁਨੀਆਂ ਚੜਾਉਣ ਦਾ ਸੰਬੰਧ 6ਵੇਂ ਪਾਤਸ਼ਾਹ ਨਾਲ ਦੱਸਦੇ ਹਨ, ਪਰ ਇਹ ਠੀਕ ਨਹੀਂ, ਬਿਲਕੁਲ ਨਿਰਮੂਲ ਹੈ। ਕਿਉਂਕਿ ਸ਼੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਜਿਸ ਕਲਮ ਤੇ ਸਿਆਹੀ ਨਾਲ ਵਾਰਾਂ ਲਿਖੀਆਂ ਹੋਈਆਂ ਹਨ ਉਸੇ ਨਾਲ ਹੀ ਧੁਨਾਂ ਲਿਖੀਆਂ ਹੋਈਆਂ ਹਨ। ਵਾਰਾਂ ਦੀ ਤਰ੍ਹਾਂ ਪਹਿਰਿਆਂ ਵਿੱਚ ਵੀ ਗਾਇਨ ਦਾ ਆਦੇਸ਼ ਹੈ, ਜਿਵੇਂ ਸ਼੍ਰੀ ਰਾਗ ਬਾਣੀ ਭਗਤ ਜੀਓ ਕੀ ਪਹਿਰਿਆਂ ਦੇ ਘਰ ਗਾਵਨਾ। ਪਹਿਰੇ ਆਮ ਕਰਕੇ ਘਰ ਪਹਿਲਾ ਵਿੱਚ ਗਾਏ ਜਾਣ ਦਾ ਆਦੇਸ਼ ਹੈ। ਇਸ ਲਈ ਇਸ ਸੂਚਨਾ ਦਾ ਵੀ ਅਰਥ ਇਹ ਹੈ ਕਿ ਇਸ ਸ਼ਬਦ ਨੂੰ ਵੀ ਪਹਿਲੇ ਘਰ ਵਿੱਚ ਹੀ ਗਾਉਣਾ ਹੈ। ਕਿਧਰੇ ਕਿਤੇ ਕਿਸੇ ਸ਼ਬਦ ਨੂੰ ਕਿਸੇ ਹੋਰ ਰਾਗ ਵਿੱਚ ਵਿਚਲੇ ਸ਼ਬਦ ਦੀ ਧਾਰਨਾ ਉੱਪਰ ਗਾਉਣ ਦੀ ਸੂਚਨਾ ਵੀ ਮਿਲਦੀ ਹੈ। ਇਹ ਸ਼ਬਦਾਰਥ ਵਾਲਿਆ ਜਿਹੜੇ ਸ਼੍ਰੋਮਣੀ ਕਮੇਟੀ ਨੇ ਛਪਿਆ ਹੋਇਆ ਸ਼ਬਦਾਰਥ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਹਨ, ਉਹਦੇ ਵਿੱਚ ਸਾਰੀ ਵਿਚਾਰ ਦਿੱਤੀ ਹੋਈ ਹੈ। ਮੈਂ ਉਹਦੇ ਤੋਂ ਹੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਇਹ ਸਪਸ਼ਟਤਾ ਇਸ ਗੱਲ ਦੀ ਹੈ, ਜਿਹੜੀ ਗੱਲ ਅਸੀਂ ਗੱਲ ਕਰ ਰਹੇ ਸੀਗੇ ਵੀ ਇਹ ਧੁਨੀਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਜ ਕੀਤੀਆਂ। ਪਹਿਰੇ ਆਮ ਕਰਕੇ ਘਰ ਪਹਿਲਾ ਵਿੱਚ ਗਾਏ ਜਾਣ ਦਾ ਆਦੇਸ਼ ਹੈ। ਇਸ ਲਈ ਇਹ ਸੂਚਨਾ ਦਾ ਅਰਥ ਇਹ ਹੋਇਆ ਕਿ ਇਸ ਸ਼ਬਦ ਨੂੰ ਵੀ ਪਹਿਲੇ ਘਰ ਵਿੱਚ ਹੀ ਗਾਉਣਾ ਹੈ। ਕਿਧਰੇ ਕਿਧਰੇ ਕਿਸੇ ਸ਼ਬਦ ਨੂੰ ਕਿਸੇ ਹੋਰ ਰਾਗ ਵਿਚਲੇ ਸ਼ਬਦ ਦੀ ਧਾਰਨਾ ਉੱਪਰ ਗਾਉਣ ਦੀ ਵੀ ਸੂਚਨਾ ਹੈ।
ਸਪਸ਼ਟਤਾ ਲਈ ਸੰਬੰਧਿਤ ਸ਼ਬਦ ਦੀ ਪਹਿਲੀ ਸਤਰ ਦੇ ਦਿੱਤੀ ਗਈ ਹੈ, ਜਿਵੇਂ ਸ਼੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੇ ਘਰ ਗਾਵਨਾ। ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਸ਼ਬਦ ਉਸ ਸ਼ਬਦ ਦੀ ਧਾਰਨਾ ਉਸ ਘਰ ਵਿੱਚ ਗਾਉਣਾ ਹੈ ਜਿਸ ਦੀ ਆਰੰਭ ਦੀ ਤੁਕ ਏਕ ਸਵਾਨ ਦੋਏ ਸਵਾਨੀ ਨਾਲ ਹੈ। ਇਹ ਹੁਣ ਇੱਥੇ ਜੋ ਕਿੰਨੀ ਵੱਡੀ ਇਹ ਸੂਚਨਾ ਹੈ, ਜਿਹੜੀ ਸੂਚਨਾ ਕਮਾਲ ਦੀ ਸੂਚਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ ਵੀ ਇਹ ਸ਼ਬਦ ਉਸ ਘਰ ਦੇ ਉਸ ਧਾਰਨਾ ਦੇ ਵਿੱਚ ਗਾਉਣਾ ਹੈ ਜਿਹੜਾ ਏਕ ਸਵਾਨ ਦੋਏ ਸਵਾਨੀ ਨਾਲ ਹੈ, ਜਿੱਥੇ ਉਹਦਾ ਸਿਰਲੇਖ ਲਿਆ ਮਿਲਦਾ ਹੈ। ਇਹ ਸ਼ਬਦ ਘਰ 4 ਵਿੱਚ ਗਾਉਣਾ ਹੈ, ਜਿਹਦੀ ਸੂਚਨਾ ਇਸ ਸ਼ਬਦ ਦੇ ਉੱਤੇ ਦਰਜ ਕੀਤੀ ਗਈ ਹੈ, ਇਸ ਸ਼ਬਦ ਦੇ ਉੱਤੇ ਵੀ ਦਰਜ ਦਿੱਤੀ ਗਈ ਹੈ। ਇਸ ਲਈ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਸ਼ਬਦ ਵੀ ਘਰ 4 ਚੌਥੇ ਘਰ ਵਿੱਚ ਘਰ 4 ਵਿੱਚ ਹੀ ਗਾਉਣਾ ਹੈ। ਕਿਉਂਕਿ ਰਾਗਾਂ ਦੀ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ, ਇਸ ਵਾਸਤੇ ਮੈਂ ਜੋ ਸ਼ਬਦਾਰਥ ਵਿੱਚ ਲਿਖੇ ਹੋਏ ਸ਼ਬਦ ਹਨ ਉਹੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਇਸੇ ਤਰ੍ਹਾਂ ਇੱਕ ਹੋਰ ਥਾਂ ਤੇ ਇੱਕ ਸੂਚਨਾ ਹੈ, ਰਾਗ ਬਿਲਾਵਲ ਮਹਿਲਾ ਚੌਥਾ ਘਰ ਦੂਜਾ ਜਾਨੜੀਏ ਕੇ ਘਰ ਗਾਵਨਾ। ਇਸ ਦਾ ਅਰਥ ਇਹ ਹੋਇਆ ਕਿ ਇਸ ਸ਼ਬਦ ਨੂੰ ਰਾਗ ਤਲੰਗ ਦੇ ਉਸ ਸ਼ਬਦ ਦੇ ਧਾਰਨਾ ਉੱਪਰ ਗਾਵਨਾ ਹੈ ਜਿਸ ਦੀ ਪਹਿਲੀ ਪੰਕਤੀ ਇਹ ਆਨੜੀਏ ਮਾਨੜਾ ਕਾਹੇ ਕਰੇ ਵਾਲਾ ਜਿਹੜਾ ਸ਼ਬਦ ਹੈ ਤਲੰਗ ਰਾਗ ਦਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ। ਇਹ ਆਨੜੀਏ ਮਾਨੜਾ ਕਾਹੇ ਕਰੇ, ਉਸ ਸ਼ਬਦ ਦੇ ਇਹ ਰਾਗ ਤਲੰਗ ਦੇ ਇਹ ਸ਼ਬਦ ਦੇ ਉਸ ਧੁਨ ਦੇ ਉੱਤੇ ਗਾਣਾ ਹੈ। ਕਿਉਂਕਿ ਘਰ 3 ਵਿੱਚ ਹੈ, ਰਾਗ ਤਲੰਗ ਵੱਜਦਾ ਇਹ ਸ਼ਬਦ, ਇਸ ਲਈ ਇਹ ਸ਼ਬਦ ਵੀ ਘਰ 3 ਵਿੱਚ ਹੀ ਗਾਇਆ ਜਾਏਗਾ। ਤਾਂ ਇੱਥੋਂ ਹੀ ਸ਼ਬਦ ਸਿਰਲੇਖ ਸਮਝ ਆਉਂਦੀ ਹੈ ਕਿ ਉੱਥੇ ਲਿਖਣ ਦਾ ਕੀ ਮਤਲਬ ਸੀ। ਉਹਦਾ ਸਿਰਲੇਖ ਦੇਣ ਦਾ ਇਹੋ ਹੀ ਮਤਲਬ ਸੀ ਕਿ ਜਿਸ ਘਰ ਵਿੱਚ ਉਹ ਸ਼ਬਦ ਹੈ ਉਸੇ ਸ਼ਬਦ ਵਿੱਚ ਉਸੇ ਘਰ ਵਿੱਚ ਹੀ ਇਸ ਸ਼ਬਦ ਨੂੰ ਵੀ ਗਾਉਣ ਦੀ ਹਦਾਇਤ ਜਿਹੜੀ ਹੈ ਉਹ ਕੀਤੀ ਗਈ ਹੈ, ਜਾਂ ਹਦਾਇਤ ਜਿਹੜੀ ਹੈ ਗੁਰੂ ਸਾਹਿਬ ਜੀ ਨੇ ਦਿੱਤੀ ਹੈ। ਘਰ ਜਾਂ ਤਾਲ ਦੀ ਦੂਜੀ ਸੂਚਨਾ ਦੇਣ ਦੀ ਵਿਧੀ ਸਿਰਲੇਖਾਂ ਹੇਠ ਅੰਕ ਦੇਣੇ ਹਨ। ਹਾਲਾਂਕਿ ਇਹਦੇ ਬਾਰੇ ਵੀ ਵਿਦਵਾਨਾਂ ਵਿੱਚ ਬਹੁਤ ਸਾਰੇ ਮਤਭੇਦ ਚੱਲਦੇ ਹਨ, ਪਰ ਇਹ ਵਿਧੀ ਕੇਵਲ ਗੌੜੀ ਰਾਗ ਵਿਚਲੀ ਬਾਣੀ ਉਸ ਬਾਣੀ ਵਿੱਚ ਹੈ ਜੋ ਗੁਰੂ ਅਰਜਨ ਦੇਵ ਜੀ ਦੀ ਰਚੀ ਹੋਈ ਹੈ। ਜਿਵੇਂ ਜਿਹਨਾਂ ਨੂੰ ਅਸੀਂ ਲਟਕਦੇ ਸ਼ਬਦ ਕਹਿ ਦਿੰਦੇ ਹਾਂ, ਆਮ ਤੌਰ ਦੇ ਉੱਤੇ ਲਟਕਵੇਂ ਸ਼ਬਦ ਜਿਨ੍ਹਾਂ ਦੇ ਸਵਾਲ ਜਵਾਬ ਵੀ ਬਹੁਤ ਵਾਰੀ ਆ ਚੁੱਕੇ ਹਨ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ ਥੱਲੇ 1 ਲਿਖਿਆ ਹੋਇਆ, ਫਿਰ ਗੌੜੀ ਤੇ ਥੱਲੇ 2 ਲਿਖਿਆ ਹੋਇਆ, ਗੌੜੀ ਮਹਿਲਾ ਪੰਜਵਾਂ, ਗੌੜੀ ਦੇ ਥੱਲੇ 3 ਵੀ ਲਿਖਿਆ ਮਿਲਦਾ ਹੈ, 4 ਵੀ ਲਿਖਿਆ ਮਿਲਦਾ ਹੈ, ਪਰ ਇਹ ਗੌੜੀ ਮਹਿਲਾ ਪੰਜਵਾਂ ਦੇ ਹੈ। ਸਾਰੇ ਸ਼ਬਦ ਸਿਰਲੇਖ ਉਹੀ ਹੈ। ਅਜਿਹੀਆਂ 12 ਉਦਾਹਰਨਾਂ ਹੋਰ ਹਨ ਗੁਰਬਾਣੀ ਦੇ ਵਿੱਚ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹਨ, ਪਰ ਸਿਰਲੇਖਾਂ ਹੇਠ ਛੋਟੇ ਅੰਕਾਂ ਤੋਂ ਭਾਵ ਜਿਹੜਾ ਵਿਦਵਾਨਾਂ ਨੇ ਇਹ ਮੰਨਿਆ ਹੈ ਕਿ ਇਹ ਘਰਾਂ ਦੇ ਸੂਚਕ ਹਨ, ਅਰਥਾਤ ਇੱਕ ਦਾ ਅਰਥ ਭਾਵ ਘਰ ਇੱਕ ਤੇ ਦੂਜੇ ਦਾ ਅਰਥ ਭਾਵ ਘਰ ਦੂਜਾ। ਪਰ ਅਜੇ ਵੀ ਵਿਦਵਾਨਾਂ ਵਿੱਚ ਇਸ ਦੇ ਉੱਤੇ ਆਮ ਸਹਿਮਤੀ ਨਹੀਂ ਬਣ ਸਕੀ। ਹਲੇ ਤੱਕ ਵੀ ਇਹਦੇ ਬਾਰੇ ਪੂਰੀ ਇੱਕ ਰਾਏ ਨਾਲ ਇੱਕ ਮਤ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਜਦ ਤੱਕ ਵਿਦਵਾਨ ਸਪਸ਼ਟ ਰੂਪ ਵਿੱਚ ਇਹਦੇ ਬਾਰੇ ਕੋਈ ਨਿਰਣਾ ਨਹੀਂ ਕਰ ਲੈਂਦੇ। ਲੇਕਿਨ ਇੱਕ ਕਮਾਲ ਦੀ ਹੈ ਜੋ ਗੁਰੂ ਸਾਹਿਬ ਜੀ ਨੇ ਵਰਤੀ ਹੈ, ਉਸ ਭੇਦ ਨੂੰ ਅਸੀਂ ਅੱਜ ਤਕਰੀਬਨ ਦੇਖੋ 400 ਸਾਲ ਬਾਅਦ ਵੀ ਭੇਦ ਨੂੰ ਨਹੀਂ ਸਮਝ ਸਕੇ। ਇਹ ਭੇਦ ਪਿਆਰ ਕਿਸ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਵਰਤਿਆ, ਕਿਉਂ ਵਰਤਿਆ, ਸਾਡੀਆਂ ਆਪਣੀਆਂ ਦਲੀਲਾਂ ਹਨ, ਸਾਡੇ ਆਪਣੇ ਵਿਚਾਰ ਹਨ, ਲੇਕਿਨ ਵਿਦਵਾਨਾਂ ਦੇ ਵੱਖਰੇ ਵੱਖਰੇ ਰਾਵਾਂ ਹੋਣ ਕਰਕੇ ਇਸ ਗੱਲ ਦਾ ਅਸੀਂ ਅਜੇ ਤੱਕ ਵੀ ਨਿਰਣੇ ਨਾਲ ਨਹੀਂ ਕਹਿ ਸਕਦੇ। ਗੁਰੂ ਅਰਜਨ ਦੇਵ ਜੀ ਦੀ ਇਹ ਸੂਚਨਾ ਕੇਵਲ ਸਾਨੂੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਵਿੱਚ ਮਿਲਦੀ ਹੈ, ਕਿਸੇ ਹੋਰ ਗੁਰੂ ਬਾਣੀ ਜਾਂ ਭਗਤ ਬਾਣੀ ਵਿੱਚ ਨਹੀਂ ਮਿਲਦੀ। ਸੋ ਇਸ ਗੱਲ ਦਾ ਇਹ ਵੀ ਪ੍ਰਮਾਣ ਮਿਲਦਾ ਹੈ ਕਿ ਇਹ ਸੂਚਨਾ ਵਿਧੀ ਵੀ ਸੰਪਾਦਕ ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਕਾਢ ਹੈ। ਹੁਣ ਇਹ ਢੰਗ ਵੀ ਗੁਰੂ ਅਰਜਨ ਦੇਵ ਜੀ ਦਾ ਕਮਾਲ ਦਾ ਹੈ, ਕਿਵੇਂ ਵਰਤਿਆ, ਕਿਉਂ ਵਰਤਿਆ, ਤੇ ਗੁਰੂ ਦੀਆਂ ਗੁਰੂ ਜਾਣਦੇ ਹਨ। ਲੇਕਿਨ ਇਹ ਬੜਾ ਕਮਾਲ ਦਾ ਇੱਕ ਢੰਗ ਸੀ ਜਿਹੜਾ ਘਰ ਜਾਂ ਹੋਰ ਅੰਕ ਦਰਜ ਕਰਕੇ ਵਰਤਿਆ ਗਿਆ। ਘਰ ਅੰਕਿਤ ਕਰਨ ਦਾ ਇੱਕ ਤੀਜੀ ਵਿਧੀ ਹੈ ਅੰਕਾਂ ਦੇ ਸਿਰਲੇਖ ਦੇ ਹੇਠਾਂ ਦੇਣ ਦੀ ਬਜਾਏ ਉਸ ਦੇ ਨਾਲ ਹੀ ਲਿਖਣਾ। ਜਿਵੇਂ ਉਦਾਹਰਨ ਵਜੋਂ ਗੌੜੀ ਪੂਰਬੀ ਅੱਗੇ ਲਿਖਿਆ 11, ਫਿਰ ਗੌੜੀ ਪੂਰਬੀ 12, ਫਿਰ ਅੱਗੇ ਗੌੜੀ ਪੂਰਬੀ 13, ਇਸ ਤਰ੍ਹਾਂ ਲਿਖਿਆ ਮਿਲਦਾ ਹੈ। ਇਹ ਸ਼ਬਦ ਲਿਖੇ ਹੋਏ ਮਿਲਦੇ ਨੇ, ਜਿਹੜੀ ਗੁਰਮੁਖੀ ਦੀ 1-2 ਅੰਕ ਹਨ ਉਹਨਾਂ ਦੇ ਵਿੱਚ ਦਾ ਲਿਖਿਆ ਮਿਲਦਾ ਹੈ। ਇਹ ਅੰਕ ਬੇਸ਼ੱਕ ਸਿਰਲੇਖਾਂ ਦਾ ਹੀ ਹਿੱਸਾ ਹਨ, ਪਰ ਮਹਿਲਿਆਂ ਦੇ ਸੂਚਕ ਬਿਲਕੁਲ ਨਹੀਂ ਹਨ। ਇਹ ਨਹੀਂ ਵੀ ਮਹਿਲਾ 13 ਤਾਂ ਹੋ ਨਹੀਂ ਸਕਦਾ, ਕਿਉਂਕਿ ਅਸੀਂ ਇਹ ਗੱਲ ਤਾਂ ਜਾਣਦੇ ਹੀ ਹਾਂ ਕਿ ਬਾਣੀਕਾਰ ਜਿਹਨਾਂ ਨੇ ਬਾਣੀ ਉਚਾਰਨ ਕੀਤੀ ਉਹਨਾਂ ਦੇ ਸੂਚਕ ਮਹਿਲੇ ਤਾਂ 1 ਤੋਂ 5 ਤੱਕ ਹਨ ਜਾਂ 9ਵਾਂ ਆਉਂਦਾ ਹੈ।
ਇਸ ਲਈ ਇਹ ਅੰਕ ਵੀ ਘਰ ਦੇ ਹੀ ਸੂਚਕ ਕਹੇ ਜਾਂਦੇ ਹਨ। ਇਹ ਵੀ ਇੱਕ ਸੂਚਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਢੰਗ ਨਾਲ ਵੀ ਘਰਾਂ ਦੀ ਸੂਚਨਾ ਜਿਹੜੀ ਹੈ ਉਹ ਦਿੱਤੀ ਹੈ। ਗਾਇਨ ਨਾਲ ਸੰਬੰਧਿਤ ਕੁਝ ਹੋਰ ਸੂਚਨਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀਆਂ ਹਨ, ਜਿਵੇਂ ਜਤ ਪੜਤਾਲ, ਇਹ ਸਿਰਲੇਖ ਵੀ ਮਿਲਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਸੀਂ ਦੇਖਦੇ ਹਾਂ ਇਸ ਬੜਾ ਇਹ ਵੀ ਜਿਵੇਂ ਇੱਕ ਸਿਰਲੇਖ ਹੈ ਆਸਾ, ਮਹਿਲਾ ਪੰਜਵਾਂ, ਘਰ ਚੌਥਾ, ਬਿਰੜੇ ਸ਼ੰਤਾਂ ਕੀ ਜਤ, ਉੱਥੇ ਲਿਖਿਆ ਮਿਲਦਾ ਹੈ। ਉਦੋਂ ਇਸ ਸਿਰਲੇਖ ਦੇ ਵਿੱਚ ਘਰ ਚੌਥਾ, ਸ਼ੰਤਾਂ ਕੀ ਜਤ ਦਾ ਭਾਵ ਕੀ ਹੈ ਕਿ ਇਹਨਾਂ ਸ਼ਬਦਾਂ ਨੂੰ ਚਾਰ ਘਰ ਵਿੱਚ ਗਾਉਣ ਵਾਲੇ ਛੰਦਾਂ ਦੀ ਧਾਰਨਾ ਉੱਤੇ ਗਾਉਣਾ। ਜਤ ਰਾਗ ਵਿਦਿਆ ਵਿੱਚ ਇੱਕ ਤਕਨੀਕੀ ਸੰਕੇਤ ਹੈ। ਬਾਣੀ ਵੇਰਵੇ ਅਨੁਸਾਰ ਜਦੋਂ ਸੱਜਾ ਹੱਥ ਉਂਗਲੀਆਂ ਵਿੱਚੋਂ ਜੋੜੀ ਦੇ ਕੰਢੇ ਤੇ ਵਿਚਕਾਰ ਕੰਮ ਕਰੇ ਅਤੇ ਖੱਬਾ ਹੱਥ ਖੁੱਲਾ ਜ਼ੋਰ ਨਾਲ ਵੱਜੇ ਤਾਂ ਉਸ ਨੂੰ ਜਤ ਕਹਿੰਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਨੇ ਜਤ ਨੂੰ ਇੱਕ ਚਾਲ ਕਰਕੇ ਵੀ ਲਿਖਿਆ ਹੈ। ਉਹ ਦੱਸਦੇ ਹਨ ਕਿ ਇਹਨਾਂ ਦੀ ਚਾਲ ਸ਼ੰਤਾਂ ਵਾਲੀ ਹੈ। ਪੜਤਾਲ ਦਾ ਅਰਥ ਹੈ ਤਾਲ ਦਾ ਬਾਰ-ਬਾਰ ਪਰਤ ਕੇ ਗਾਉਣਾ, ਭਾਵ ਤਾਲ ਦਾ ਬਦਲਣਾ, ਮੁੜ ਕੇ ਤਾਲ ਦਾ ਬਦਲ ਜਾਣਾ। ਤੋ ਇਹ ਜਿਹੜੀ ਸੂਚਨਾ ਹੈ ਇਹ ਵੀ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਹੈ। ਜਤ ਲਿਖ ਕੇ, ਪੜਤਾਲ ਲਿਖ ਕੇ ਉੱਤੇ ਸਮੇਤ ਦਿੱਤਾ ਵੀ ਇਸ ਸ਼ਬਦ ਦੇ ਵਿੱਚ ਤਾਲ ਬਾਰ-ਬਾਰ ਜਿਹੜਾ ਬਦਲੇਗਾ। ਅੱਗੇ ਇੱਕ ਸੂਚਨਾ ਹੋਰ ਮਿਲਦੀ ਹੈ, ਲੋਕ ਛੰਦ ਵਿਸ਼ੇਸ਼ ਤੌਰ ਤੇ ਕਿਸੇ ਵਿਸ਼ੇਸ਼ ਲੋਕ ਛੰਦ ਦੀ ਧਾਰਨਾ ਦੇ ਉੱਤੇ ਗਾਉਣ ਦੀ ਗੱਲਬਾਤ। ਜਿਵੇਂ ਅਸੀਂ ਪੜ੍ਹਦੇ ਹਾਂ, ਇਸ ਸਿਰਲੇਖ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਗੌੜੀ ਬੈਰਾਗਨ ਰੋਏ ਕੇ ਛੰਦ ਘਰ ਮਹਿਲਾ ਪੰਜਵਾਂ। ਦੇਖੋ ਹੁਣ ਇਹ ਲਿਖਿਆ ਸਾਰਾ ਮਿਲਦਾ ਹੈ ਉੱਥੇ। ਵਡਹੰਸ ਮਹਿਲਾ ਚੌਥਾ, ਘੋੜੀਆਂ। ਰਾਗ ਵਡਹੰਸ ਮਹਿਲਾ ਪਹਿਲਾ, ਘਰ ਪੰਜਵਾਂ, ਅਲਾਣੀਆਂ। ਗੌੜੀ ਪੂਰਬੀ ਮਹਿਲਾ ਚੌਥਾ, ਕਰਹਲੇ ਅਤੇ ਰਾਮਕਲੀ। ਫਿਰ ਅੱਗੇ ਰਾਮਕਲੀ ਦਾ ਮਿਲਦਾ ਰਾਮਕਲੀ ਸੱਦ। ਇਹ ਸਿਰਲੇਖ ਮਿਲਦੇ ਹਨ। ਇਹਨਾਂ ਵਿੱਚੋਂ ਘੋੜੀਆਂ ਜਿਹੜੇ ਹਨ ਇਹ ਮੰਗਲ ਗੀਤ ਹਨ। ਜਿਹੜੀਆਂ ਘੋੜੀਆਂ ਮੰਗਲ ਗੀਤ ਹਨ, ਖੁਸ਼ੀ ਦੇ ਸਮੇਂ ਗਾਈਆਂ ਜਾਂਦੀਆਂ ਹਨ। ਕਿਉਂ ਵਿਆਹ ਸ਼ਾਦੀ ਦੇ ਉੱਤੇ ਘੋੜੀਆਂ ਗਾਉਣ ਦਾ ਰਿਵਾਜ ਸੀ। ਗੁਰੂ ਸਾਹਿਬ ਜੀ ਨੇ ਇੱਕ ਦੋ ਚੀਜ਼ਾਂ ਦੱਸੀਆਂ। ਇੱਕ ਤਾਂ ਸਿਰਲੇਖ ਦੇ ਕੇ ਇਹ ਗੱਲ ਸਮਝਾ ਦਿੱਤੀ ਵੀ ਸਿੱਖ ਨੇ ਜਾਂ ਗੁਰਬਾਣੀ ਦੇ ਪੜ੍ਹਨ ਵਾਲੇ ਨੇ ਘੋੜੀਆਂ ਕਿਸ ਤਰ੍ਹਾਂ ਦੀਆਂ ਗਾਉਣੀਆਂ ਹਨ। ਉਹ ਘੋੜੀਆਂ ਗਾਉਣ ਦੀ ਗੱਲ ਸਾਨੂੰ ਗੁਰੂ ਸਾਹਿਬ ਜੀ ਨੇ ਸਮਝਾ ਦਿੱਤੀ। ਅਲਾਣੀਆਂ ਦਾ ਅਰਥ ਹੁੰਦਾ ਹੈ ਅਫਸੋਸ ਦਾ, ਜਿਹੜਾ ਮੌਤ ਦੇ ਉੱਤੇ ਗਾਏ ਜਾਂਦੇ ਗੀਤ ਸਨ। ਤੇ ਮੌਤ ਵੇਲੇ ਕਿਹੜੇ ਗੀਤ ਗਾਉਣੇ ਨੇ, ਕਿਸ ਤਰ੍ਹਾਂ ਦਾ ਰਹਿਣਾ ਹੈ, ਇਹ ਸਾਰੀ ਗੱਲ ਵੀ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਸਿਰਲੇਖ ਦੇ ਕੇ ਦੱਸੀ ਲਾਣੀਆਂ ਦੇ ਵਿੱਚ। ਕਿਉਂਕਿ ਉਹਦੇ ਸਾਰੇ 9 ਸ਼ਬਦ ਨੇ ਲਾਣੀਆਂ ਸਿਰਲੇਖ 4 ਤੇ 5, ਇਸ ਤਰ੍ਹਾਂ 5 ਸ਼ਬਦ ਤੇ 4 ਸ਼ਬਦ ਗੁਰੂ ਨਾਨਕ ਸਾਹਿਬ ਦੇ, ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਨੇ। ਤਾਂ ਉੱਥੇ ਉਹ ਸਿਰਲੇਖ ਦੇ ਲਾਣੀਆਂ ਦੇ ਸਿਰਲੇਖ ਦਿੱਤਾ ਹੋਇਆ। ਕਰਹਲੇ ਉਹ ਹਨ ਜਿਹੜੇ ਲੰਮੀ ਸੁਰ ਦੇ ਨਾਲ ਗੀਤ ਗਾਏ ਜਾਂਦੇ ਨੇ। ਭਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਿ ਜੋ ਵਪਾਰੀ ਊਠਾਂ ਤੇ ਮਾਲ ਲੱਦ ਕੇ ਦੂਰ ਦੇਸ਼ਾਂ ਵਿੱਚ ਪਹੁੰਚਾਉਣ ਲਈ ਸਫ਼ਰ ਵਿੱਚ ਗਾਉਂਦੇ ਸਨ, ਉਹਨਾਂ ਨੂੰ ਕਰਹਲੇ ਕਿਹਾ ਜਾਂਦਾ ਹੈ। ਲੰਮੀਆਂ ਹੇਕਾਂ ਲਾ ਕੇ ਆਪਣਾ ਟਾਈਮ ਕੱਢਣ ਦੇ ਲਈ। ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ, ਜਦੋਂ ਇਨਸਾਨ ਆਪ ਵਿਹਲਾ ਹੋਵੇ ਜਾਂ ਉਹਦੇ ਕੋਲ ਸਮਾਂ ਹੋਵੇ ਤਾਂ ਉਸ ਗਾਣਾ ਗਾ ਕੇ ਗੱਲ ਕਰਦਾ ਹੈ, ਗੀਤ ਕਰਦਾ, ਉਹਦੀ ਜ਼ੁਬਾਨ ਤੋਂ ਗੀਤ ਨਿਕਲਦੇ ਨੇ। ਜੇ ਸਾਨੂੰ ਸ਼ਬਦ ਯਾਦ ਆ ਨਾ, ਅਸੀਂ ਸ਼ਬਦ ਗਾਉਂਦੇ ਹਾਂ। ਇਸੇ ਤਰ੍ਹਾਂ ਵਪਾਰ ਦਾ ਸਮਾਂ, ਵਪਾਰ ਕਰਨ ਊਠਾਂ ਤੇ ਜਾਣਾ, ਲੰਬਾ ਟਾਈਮ ਹੁੰਦਾ ਸੀ, ਉਹ ਫਿਰ ਗਾਏ ਜਾਂਦੇ ਸਨ। ਉਹਨਾਂ ਨੂੰ ਕਰਹਲੇ ਕਿਹਾ ਜਾਂਦਾ ਸੀ। ਕਰਹਲੇ ਮਨ ਪਰਦੇਸੀਆ ਕਰਕੇ ਸ਼ਬਦ ਦੀ ਰਮਤਾ ਇੱਥੋਂ ਹੁੰਦੀ ਹੈ। ਤਾਂ ਉਹਦੇ ਵਿੱਚ ਕਰਹਲੇ ਸਿਰਲੇਖ ਦਿੱਤਾ। ਸੱਦ ਬਾਣੀ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੈ, ਜਿਹਦਾ ਅਰਥ ਹੈ ਸੱਦਾ। ਸੱਦਾ ਦਾ ਅਰਥ ਹੈ ਵੀ ਸੁਨੇਹਾ, ਗੁਰੂ ਰਾਮ ਅਮਰਦਾਸ ਜੀ ਨੂੰ ਆਇਆ ਹੋਇਆ ਸੁਨੇਹਾ। ਤਾਂ ਉਹ ਰਾਮਕਲੀ ਰਾਗ ਵੀ ਦਰਜ ਹੈ। ਰੋਹੁਆ ਇਹ ਵੀ ਲੰਮੀਆਂ ਹੇਕਾਂ ਵਾਲਾ ਇੱਕ ਗੀਤ ਹੈ, ਜਿਹਨੂੰ ਰੋਹੁਆ ਸਿਰਲੇਖ ਜਿਹੜਾ ਮਿਲਿਆ ਹੈ। ਇਹ ਵੀ ਲੰਮੀਆਂ ਹੇਕਾਂ ਵਾਲਾ ਗੀਤ ਹੈ। ਜਿਹੜੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ, ਉਸੇ ਤਰ੍ਹਾਂ ਹੀ ਉਸ ਵਿੱਚ ਵੀ ਹਰ ਤਰ੍ਹਾਂ ਦੀ ਉਹ ਸੰਪਾਦਕੀ ਇਕਸਾਰਤਾ ਜੋ ਗੁਰਬਾਣੀ ਵਿੱਚ ਹੈ, ਜਿਵੇਂ ਰਾਗਾਂ ਦੇ ਨਾਂ, ਕਾਵ ਰੂਪ, ਛੰਦਾਂ, ਬਾਣੀਆਂ। ਜਿਹੜੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਉਹ ਵੀ ਅਜਿਹੀਆਂ ਸੂਚਨਾਵਾਂ ਹਨ ਨਹੀਂ, ਉਹਨਾਂ ਤੇ ਇਸ ਦੀਆਂ ਸੂਚਨਾ ਨਹੀਂ। ਜਿਹੜੀਆਂ ਕੁਝ ਰਚਨਾਵਾਂ ਸਾਨੂੰ ਭਗਤਾਂ ਦੀਆਂ ਐਸੀਆਂ ਵੀ ਮਿਲਦੀਆਂ ਹਨ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਨਹੀਂ ਹੈ।
ਮਿਸਾਲ ਵਜੋਂ ਅਸੀਂ ਉਦਾਹਰਨ ਵਜੋਂ ਗੱਲ ਕਰੀਏ, ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਭਗਤਾਂ ਦੀ ਬਾਣੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈ, ਰਾਗ ਸੰਕੇਤ ਨੂੰ ਲੈ ਕੇ ਇਹ 'ਚ ਕਾਫੀ ਵਖਰੇਵਾਂ ਹੈ। ਇੱਕ ਡਾਕਟਰ ਸਰਨਾਮ ਸਿੰਘ ਜੀ ਹਨ, ਜਿਹੜੇ ਹਿੰਦੀ ਵਿਦਵਾਨ ਹਨ, ਜਿਨ੍ਹਾਂ ਨੇ ਕਬੀਰ ਬਾਣੀ ਦਾ ਬਹੁਪੱਖੀ ਅਧਿਐਨ ਕੀਤਾ ਹੈ, ਤੇ ਉਹਨਾਂ ਨੂੰ ਡੀ ਲਿਟ ਦੀ ਉਪਾਧੀ ਵੀ ਮਿਲੀ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਗੁਰਬਾਣੀ ਦੇ ਅਧਿਐਨ ਕਰਕੇ ਡੀ ਲਿਟ ਦੀ ਉਪਾਧੀ ਮਿਲੀ। ਇਸ ਤਰ੍ਹਾਂ ਡਾਕਟਰ ਸਰਨਾਮ ਸਿੰਘ ਜੀ ਸ਼ਰਮਾ ਕਰਕੇ ਲਿਖਦੇ ਸਨ, ਉਹਨਾਂ ਨੂੰ ਇਹ ਉਪਾਧੀ ਡੀ ਲਿਟ ਦੀ ਮਿਲੀ। ਉਹਨਾਂ ਨੇ ਕਬੀਰ ਬਾਣੀ ਦਾ ਇੱਕ ਸੰਕਲਨ ਵੀ ਤਿਆਰ ਕੀਤਾ ਹੈ। ਡਾਕਟਰ ਸ਼ਰਮਾ ਦੀ ਸੰਕਲਿਤ ਕੀਤੀ ਕਬੀਰ ਬਾਣੀ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਸ ਉੱਤੇ ਰਾਗ, ਕਾਵ ਰੂਪ ਦਾ ਨਾਮ, ਗਾਇਨ ਦੀਆਂ ਬਰੀਕੀਆਂ ਜਾਂ ਹੋਰ ਕਿਸੇ ਕਿਸਮ ਦੀ ਸੂਚਨਾ ਦਰਜ ਕੀਤੀ ਹੋਈ ਹੋਵੇ। ਇਸ ਦਾ ਮਤਲਬ ਇਹ ਹੈ ਕਿ ਆਹ ਕਮਾਲ ਦੀ ਦੇਰ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਜਿਹੜੀ ਭਗਤਾਂ ਦੀ ਬਾਣੀ ਵੀ ਉਹਨਾਂ ਨੇ ਦਰਜ ਕੀਤੀ, ਉਹਦੇ ਉੱਤੇ ਵੀ ਸਾਰੇ ਸਿਰਲੇਖ ਗੁਰੂ ਸਾਹਿਬਾਨ ਵਾਂਗੂ ਦਿੱਤੇ। ਭਗਤਾਂ ਨੂੰ ਕਿਹੜੇ ਰਾਗ ਵਿੱਚ ਗਾਉਣਾ, ਕਿਸ ਰਾਗ ਵਿੱਚ ਗੀਤ ਪੜ੍ਹਨਾ, ਇਹ ਸਿਰਲੇਖ ਜਿਹੜੀ ਭਗਤ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮਿਲਦੀ ਹੈ, ਉਹਦੇ 'ਚ ਕਿਤੇ ਵੀ ਦਰਜ ਨਹੀਂ ਮਿਲਦਾ। ਇਸ ਦਾ ਮਤਲਬ ਹੈ ਇਹ ਕਿਰਪਾ ਵੀ, ਇਹ ਬਖਸ਼ਿਸ਼ ਵੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ, ਕਿ ਆਹ ਮਹਾਨ ਦੇ ਸੰਪਾਦਕ ਸਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਭਗਤ ਰਵਿਦਾਸ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਮਿਲਦੀ ਹੈ, ਉਹਦੇ ਵਿੱਚ ਪ੍ਰਾਚੀਨ ਰੂਪ ਵਿੱਚ ਮੁੱਖ ਰਾਗ ਸਿਰਲੇਖ ਤਾਂ ਹਨ, ਪਰ ਉਸ ਵਿੱਚ ਗਾਇਨ ਸ਼ੈਲੀ ਦੀਆਂ ਉਹ ਬਰੀਕੀਆਂ ਨਹੀਂ ਦੱਸੀਆਂ ਗਈਆਂ, ਜਿਹੜੀਆਂ ਬਰੀਕੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਾਂ ਆਦਿ ਗ੍ਰੰਥ ਦੇ ਵਿੱਚ ਦਰਜ ਕੀਤੀਆਂ ਗਈਆਂ ਹਨ। ਉਹ ਗਾਇਨ ਸ਼ੈਲੀ ਦੀਆਂ ਉਹ ਬਰੀਕੀਆਂ ਨਹੀਂ ਦੱਸੀਆਂ ਗਈਆਂ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦਰਜ ਕੀਤੀਆਂ ਗਈਆਂ ਹਨ। ਕਹਿਣ ਦੀ ਲੋੜ ਇਹ ਨਹੀਂ ਕਿ ਬਰੀਕੀ ਸੂਚਨ ਕਿਸੇ ਗੁਰੂ ਅਰਜਨ ਦੇਵ ਜੀ ਨੇ ਦਿੱਤੀਆਂ ਨੇ। ਇੱਕ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤੋਂ ਹੋਰ ਥਾਂ ਤੇ ਮਿਸ਼ਰਿਤ ਰਾਗਾਂ ਦੀਆਂ ਵੀ ਜਾਣਕਾਰੀਆਂ ਸਾਨੂੰ ਮਿਲਦੀਆਂ ਹਨ, ਜਿਵੇਂ ਰਾਗ ਆਸਾਵਰੀ, ਘਰ ਸੋਲਾ ਕੇ ਮਹਿਲਾ ਚੌਥਾ, ਸੁਦੰਗ। ਇਹ ਬੜੀ ਕਮਾਲ ਦੀ ਸੂਚਨਾ ਹੈ। ਸੁਦੰਗ ਦੋ ਸ਼ਬਦ ਦਾ ਸੁੱਧ ਜਮਾ ਅੰਗ ਦਾ ਸੰਧੀ ਹੈ, ਇਹ ਇਕੱਠਾ ਕੀਤਾ ਹੋਇਆ ਸੰਯੁਕਤ ਕਿਵੇਂ ਰੂਪ ਮਿਲਦਾ ਹੈ। ਇਸ ਲਈ ਇੱਥੇ ਸੁਦੰਗ ਦਾ ਅਰਥ ਹੈ ਸ਼ੁੱਧ ਸੁਰ ਜਾਂ ਅੰਗ ਵਾਲੀ। ਜਿਹੜਾ ਇਸ ਦਾ ਮਤਲਬ ਇਹ ਹੈ, ਸ਼ਬਦਾਰਥ ਦੇ ਜਿਹੜੇ ਸੰਪਾਦਕ ਹਨ, ਜਿਹੜੇ ਮੈਂ ਪਹਿਲਾਂ ਬੇਨਤੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਟੀਕਾ ਜਿਨ੍ਹਾਂ ਨੇ ਲਿਖਿਆ ਸ਼ਬਦਾਰਥ, ਸ਼੍ਰੋਮਣੀ ਕਮੇਟੀ ਨੇ ਛਾਪਿਆ, ਇਹਨਾਂ ਦੀ ਸਿਰਲੇਖਵਾਦ ਬੜਾ ਕਮਾਲ ਦਾ ਨਿਰਣਾ ਦਿੱਤਾ ਹੈ। ਉਹ ਲਿਖਦੇ ਨੇ ਕਿ ਆਸਾਵਰੀ ਸ਼ੁੱਧ ਅੰਗ ਵਾਲੀ ਕਰਕੇ ਆਖੀ ਗਈ ਹੈ। ਇਹ ਸੂਚਨਾ ਤਰਜ ਬਾਬਤ ਹੈ ਕਿ 16 ਤਾਰ ਭਾਵ ਤਾਲ ਇਸ ਆਸਾਵਰੀ ਸ਼ੁੱਧ ਅੰਗ ਵਿੱਚ ਗਾਵਨ ਵਾਲੀ ਹੈ। ਉਹਨਾਂ ਨੇ ਇਸ ਸਿਰਲੇਖ ਦਾ ਦਿੱਤਾ ਹੈ, ਜਿਹੜਾ 16 ਦਾ ਮਤਲਬ ਦਿੱਤਾ ਹੈ। ਉਸ ਤੋਂ ਅੱਗੇ ਆਪਾਂ ਥੋੜਾ ਜਿਹਾ ਹੋਰ ਅੱਗੇ ਨੂੰ ਚੱਲੀਏ। ਨਾਮਕਰਨ ਰਚਨਾ ਵਿਸ਼ੇਸ਼ ਦੇ ਕਾਵ ਰੂਪ ਜਾਂ ਉਹਦੇ ਵਿਚਲੇ ਵਿਚਾਰਾਂ ਨੂੰ ਆਧਾਰ ਬਣਾ ਕੇ ਉਸ ਦਾ ਢੁਕਵਾਂ ਨਾਂ ਰੱਖਣਾ ਜਾਂ ਉਹਦਾ ਸਿਰਲੇਖ ਦੇਣਾ, ਇਹ ਵੀ ਸੰਪਾਦਕ ਦਾ ਬੜਾ ਕਾਰਜ ਹੁੰਦਾ, ਕੰਮ ਹੁੰਦਾ ਹੈ। ਇਹ ਵੀ ਉਹਦੇ ਕੰਮਾਂ ਵਿੱਚ ਸ਼ਾਮਲ ਹੁੰਦਾ, ਵਿਸ਼ੇਸ਼ ਕਰਕੇ ਉਦੋਂ ਜਦੋਂ ਮੂਲ ਲੇਖਕ ਨੇ ਆਪਣੇ ਕੋਲੋਂ ਉਹਦਾ ਸਿਰਲੇਖ ਨਾ ਦਿੱਤਾ ਹੋਵੇ। ਜਿਵੇਂ ਸਪੋਜ਼ ਕਰ ਲਓ ਕਿਸੇ ਨੇ ਕੋਈ ਕਵਿਤਾ ਲਿਖ ਦਿੱਤੀ, ਕਵਿਤਾ ਲਿਖ ਕੇ ਭੇਜ ਦਿੱਤੀ, ਕਵਿਤਾ ਦਾ ਸਿਰਲੇਖ ਨਹੀਂ ਲਿਖਿਆ। ਹੁਣ ਉਹਦਾ ਸਿਰਲੇਖ ਜਿਹਨੇ ਦੇਣਾ ਹੈ, ਉਹਨੂੰ ਕਵਿਤਾ ਦੇ ਵਿੱਚ ਪਹਿਲਾਂ ਉਹਦੀ ਪੁੰਨ ਛਾਣ ਕਰਨੀ ਪਏਗੀ। ਬਿਨਾਂ ਪੁੰਨ ਛਾਣ ਕਰਨ ਤੋਂ ਉਹਦਾ ਸਿਰਲੇਖ ਨਹੀਂ ਦਿੱਤਾ ਜਾ ਸਕਦਾ। ਹੁਣ ਉਦੋਂ ਹੀ ਜਦੋਂ ਮੂਲ ਲੇਖਕ ਵੱਲੋਂ ਇਹ ਸਿਰਲੇਖ ਨਾ ਦਿੱਤਾ ਗਿਆ ਹੋਵੇ, ਤਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੀ ਤਾਂ ਸੰਪਾਦਕੀ ਹੋਰ ਕਮਾਲ ਦੀ ਬਣ ਜਾਂਦੀ ਹੈ। ਕਿਆ ਕਮਾਲ ਦੀ ਗੁਰੂ ਅਰਜਨ ਦੇਵ ਜੀ ਦੀ ਸੰਪਾਦਕੀ ਦੀ ਸੂਝ ਤਾਂ ਇਹ ਵਿਸ਼ੇਸ਼ ਪਹਿਲੂ ਹੈ ਕਿ ਹਰ ਲੰਬੇਰੀ ਜਾਂ ਛਟੇਰੀ ਬਾਣੀ ਨੂੰ ਉਹਨਾਂ ਨੇ ਬੜਾ ਢੁਕਵਾਂ ਸਿਰਲੇਖ ਦਿੱਤਾ ਹੈ। ਭਾਵੇਂ ਬਾਣੀ ਲੰਬੀ ਹੈ, ਭਾਵੇਂ ਬਾਣੀ ਛੋਟੀ ਹੈ, ਪਰ ਸਿਰਲੇਖ ਉਹਨਾਂ ਨੇ ਹਰ ਉੱਤੇ ਦਿੱਤਾ ਹੈ। ਇਸ ਤੇ ਉਹਦਾ ਨਾਮਕਰਨ ਦਾ ਆਧਾਰ ਕਦੀ ਕਿਸੇ ਛੰਦ ਜਾਂ ਕਾਵ ਰੂਪ ਦੀਆਂ ਜਿਹੜੀਆਂ ਹਨ ਉਹ ਕੜੀਆਂ ਹਨ, ਕਦੀ ਉਸ ਵਿਚਲਾ ਕੇਂਦਰੀ ਵਿਚਾਰ ਤੇ ਕਦੀ ਕੁਝ ਹੋਰ, ਜਿਵੇਂ ਸੋਧਾਰ, ਸੋਹਿਲਾ, ਸੁਖਮਣੀ, ਆਨੰਦ, ਓੰਕਾਰ, ਸਿੱਧ ਗੋਸ਼ਟ। ਇਹ ਬਾਣੀ ਸਿਰਲੇਖ ਹਨ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤੇ ਹਨ। ਇਹਨਾਂ ਸਿਰਲੇਖਾਂ ਦਾ ਆਧਾਰ ਬਹੁਤੀ ਵਾਰੀ ਕਿਸੇ ਸ਼ਬਦ ਦੀ ਅਰੰਭਲੀ ਜਾਂ ਅਖੀਰਲੀ ਤੁਕ ਵਿੱਚ ਵੀ ਆਇਆ ਹੈ, ਉੱਥੋਂ ਵੀ ਲਿਆ ਹੋਇਆ ਮਿਲ ਜਾਂਦਾ ਹੈ। ਜਿਵੇਂ ਸੋਧਾਰ, ਸੋਧਾਰ ਤੇਰਾ ਕਿਹਾ ਸੋ ਘਰ ਕਿਹਾ, ਉਸ ਤੁਕ ਵਿੱਚ ਕੋਈ ਸਿਰਲੇਖ ਲੈ ਲਿਆ। ਹਾਲਾਂਕਿ ਬਾਣੀ ਦਾ ਨਾਮ ਸੋਧਰ ਸਿਰਲੇਖ ਹੈ, ਪਰ ਇਹਨੂੰ ਰਹਿਰਾਸ ਸਾਹਿਬ ਕਿਹਾ ਜਾਂਦਾ ਹੈ, ਜਿਹੜਾ ਸ਼ਾਇਦ ਬਾਅਦ ਵਿੱਚ ਪਿਆ ਹੋਵੇ।
ਗੁਰੂ ਸਾਹਿਬ ਜੀ ਨੇ ਇਹਦਾ ਨਾਮ ਸੋਦਰ ਰੱਖਿਆ। ਪਹਿਲਾਂ ਸੋਦਰ ਸਲੇਖ ਹੇਠ 5 ਸ਼ਬਦ ਦਰਜ ਕੀਤੇ ਗਏ। ਇਹ ਉੱਥੋਂ ਲੈ ਲਿਆ ਸੋਹਿਲਾ। ਜਦੋਂ ਲਿਆ ਸਲੇਖ ਤਿਤ ਕਰ ਗਾਵੋ ਸੋਹਿਲਾ, ਅਸੀਂ ਪੜ੍ਹਦੇ ਹਾਂ ਸਿਮਰੋ ਸਿਰਜਣਹਾਰ, ਉੱਥੋਂ ਸਰਵੇਖ ਲਿਖ ਚੁੱਕਿਆ। ਫਿਰ ਸੁਖਮਣੀ, ਨਾਨਕ ਇਹ ਗੁਰਨਾਮ ਸੁਖਮਣੀ ਤੋਂ ਲਿਆ, ਜਿਹੜਾ ਆਖਰੀ ਸ਼ਬਦ ਹੈ। ਓੰਕਾਰ ਸ਼ਬਦ ਜਿਹੜਾ ਸੀ, ਓੰਕਾਰ ਬ੍ਰਹਮਾ ਉਤਪਤ ਤੋਂ ਲਿਆ ਗਿਆ ਹੈ। ਓੰਕਾਰ ਤੇ ਸਿੱਧ ਗੋਸ਼ਟ ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ, ਆਨੰਦ ਬਾਣੀ ਗੁਰੂ ਅਮਰਦਾਸ ਜੀ ਦੀ ਹੈ, ਤੇ ਸੁਖਮਣੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਤਾਂ ਸੋਦਰ ਤੇ ਸੋਹਿਲਾ ਸੰਪਾਦਿਤ ਬਾਣੀਆਂ ਹਨ, ਜੋ ਯਕੀਨਨ ਵਿਸ਼ਵਾਸ ਨਾਲ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਹੀ ਸੰਪਾਦਿਤ ਕੀਤੀਆਂ ਹੋਣਗੀਆਂ। ਤੇ ਕਿਉਂਕਿ ਇਹਨਾਂ ਵਿੱਚ ਕਰਮ ਅਨੁਸਾਰ ਆਖਰੀ ਬਾਣੀਕਾਰ ਆਪ ਉਹਨਾਂ ਦੇ ਸ਼ਬਦ ਸਭ ਤੋਂ ਬਾਅਦ ਵੀ ਦਰਜ ਹੋਏ ਹਨ। ਬਾਣੀ ਦੀ ਸਰਲੇਖ ਦੀ ਵਿਧੀ ਇਹ ਵੀ ਇੱਕ ਬੜੀ ਕਮਾਲ ਦੀ ਹੈ ਕਿ ਜਿਹੜੀ ਇਹ ਸਰਲੇਖ ਜਿਹੜੇ ਦਿੱਤੇ ਗਏ ਮਿਲਦੇ ਹਨ। ਸੋਦਰ 9 ਸ਼ਬਦਾਂ ਵਿੱਚੋਂ 7 ਰਾਗ ਆਸਾ ਦੇ ਵਿੱਚ ਹਨ ਤੇ 2 ਗੁਜਰੀ ਵਿੱਚੋਂ ਹਨ। ਇਸ ਤਰ੍ਹਾਂ ਸੋਹਿਲਾ ਦੇ 5 ਸ਼ਬਦਾਂ ਵਿੱਚ 1 ਸ਼ਬਦ ਰਾਗ ਆਸਾ ਵਿੱਚੋਂ, 1 ਰਾਗ ਗੋੜੀ ਦੀਪਕੀ ਵਿੱਚੋਂ, 1 ਧਨਾਸਰੀ ਵਿੱਚੋਂ ਤੇ 2 ਗੋੜੀ ਪੂਰਵੀ ਵਿੱਚੋਂ ਹਨ। ਇਹਨਾਂ ਦੋਹਾਂ ਬਾਣੀਆਂ ਦੇ ਸੰਪਾਦਕ ਹੋਣ ਦਾ ਹੱਕ ਵੀ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹਨਾਂ ਵਿਚਲੇ ਸਾਰੇ ਸ਼ਬਦ ਸੰਚਿਤ ਹੋਣ ਦੇ ਨਾਲ ਨਾਲ ਸੰਬੰਧਿਤ ਰਾਗਾਂ ਵਿੱਚ ਵੀ ਮਿਲਦੇ ਹਨ। ਪੱਟੀ ਤੇ 52 ਅੱਖਰੀ ਜਿਹੀਆਂ ਬਾਣੀਆਂ ਹਨ ਜਿਨ੍ਹਾਂ ਦਾ ਆਧਾਰ ਗੁਰਮੁਖੀ, ਦੇਵਨਾਗਰੀ ਤੇ ਦੀ ਵਰਣਮਾਲਾ ਦੇ ਵਿੱਚੋਂ ਲਿਆ ਗਿਆ ਹੈ। ਇਹ ਅਸੀਂ ਕਹਿ ਸਕਦੇ ਹਾਂ ਕਿ ਬਾਣੀਆਂ ਦੇ ਸਰਲੇਖ ਵੀ, ਹਾਲਾਂਕਿ ਇਹਦੇ ਬਾਰੇ ਵੀ ਪੂਰਾ ਵਿਸ਼ਵਾਸ ਨਾਲ ਨਹੀਂ ਕਿਹਾ ਜਾ ਸਕਦਾ, ਪਰ ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਇਹ ਸਰਲੇਖ ਵੀ ਗੁਰੂ ਸਾਹਿਬ ਜੀ ਨੇ ਆਪ ਦਿੱਤੇ ਹੋਣਗੇ। ਗੱਲ ਇਹ ਗੱਲ ਰਾਈਟਰ ਨੇ, ਵਿਦਵਾਨ ਨੇ ਜਾਂ ਵਿਦਵਾਨਾਂ ਨੇ ਇਹ ਗੱਲ ਲਿਖੀ ਵੀ ਗੱਲ ਅਸੀਂ ਭਰੋਸੇ ਨਾਲ ਤਾਂ ਨਹੀਂ ਕਹਿ ਸਕਦੇ, ਪਰ ਸੰਪਾਦਕੀ ਯੋਜਨਾ 'ਚ ਇਕਸਾਰਤਾ ਰੱਖਣ ਲਈ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ ਬਾਣੀਆਂ ਦੇ ਸਰਲੇਖ ਆਪਣੇ ਕੋਲੋਂ ਦਿੱਤੇ ਹਨ। ਜਿਨ੍ਹਾਂ ਉੱਪਰ ਪਹਿਲਾ ਸਰਲੇਖ ਨਹੀਂ ਸੀ, ਉੱਥੇ ਸ਼ਲੋਕ 12 ਤੇ ਵਧੇਕ ਅਜਿਹਾ ਸਰਲੇਖ ਹੈ ਜੋ ਯਕੀਨਨ ਹੀ, ਪੱਕਾ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤਾ ਹੋਇਆ ਹੈ, ਕਿਉਂਕਿ 12 ਦੇ ਦਰਜ ਹੋਣ ਤੋਂ ਵੱਧ ਦੇ ਸ਼ਲੋਕਾਂ ਦਾ ਸਰਲੇਖ ਹੈ ਜਿਹੜਾ ਇਹ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਹੈ। ਇੱਕ ਹੋਰ ਬੜੀ ਕਮਾਲ ਦੀ ਗੱਲ ਹੈ ਤੇ ਗਿਣਤੀ ਦਾ ਸੂਚਕ। ਹਰ ਰਾਗ ਦੇ ਵਿੱਚ ਕਾਵ ਰੂਪ ਵਿਸ਼ੇਸ਼ ਦੀਆਂ ਇਕਾਈਆਂ ਤੋਂ ਆਪਣੇ ਤੇ ਕਾਵ ਰੂਪ ਛੰਦ ਦੀ ਆਪਣੀ ਗਿਣਤੀ ਨਾਲੋਂ ਨਾਲ ਚੱਲਦੀ ਹੈ। ਜਿੱਥੇ ਇੱਕ ਵਿਸ਼ੇਸ਼ ਕਾਵ ਰੂਪ ਵਿਚਲੀ ਬਾਣੀ ਪੂਰੀ ਹੁੰਦੀ ਹੈ, ਉੱਥੇ ਛੰਦਾਂ ਦੀ ਗਿਣਤੀ ਵੀ ਦਿੱਤੀ ਗਈ ਹੈ। ਗਿਣਤੀ ਦੀਆਂ 2 ਵਿਧੀਆਂ ਅੱਗੇ ਦਿੱਤੀਆਂ ਗਈਆਂ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨੂੰ ਲਿਖਿਆ ਹੈ। ਗਿਣਤੀ ਦੀ ਬਹੁਤ ਲੰਬਾ ਲੇਖ ਹੈ ਜਿਹੜਾ ਉਹਨਾਂ ਨੇ ਲਿਖਿਆ। ਅੰਕ ਪ੍ਰਬੰਧ ਸਰਲੇਖ ਹੈ, ਪ੍ਰਿੰਸੀਪਲ ਹਰਭਜਨ ਸਿੰਘ ਚੰਡੀਗੜ੍ਹ ਵਾਲਿਆਂ ਨੇ ਲਿਖਿਆ। ਉਹਨਾਂ ਦਾ ਲੇਖ ਹੈ ਅੰਕ ਪ੍ਰਬੰਧ। ਜਿਨ੍ਹਾਂ ਕੋਲ ਕਿਤਾਬ ਹੈ ਤਾਂ ਪੜ੍ਹ ਲੈਣ, ਉਹਦੇ 'ਚ ਇਹ ਸਰਲੇਖ ਦਿੱਤਾ ਗਿਆ ਹੈ। ਮੈਂ ਬਿਲਕੁਲ ਸੰਖੇਪ ਵਿੱਚ, ਕਿਉਂਕਿ ਸਮਾਂ ਵੀ ਸਮਾਪਤੀ ਵਾਲੇ ਪਾਸੇ ਹੈ, ਸੰਖੇਪ ਵਿੱਚ ਗੱਲ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਇਹਨਾਂ ਨੂੰ ਇਹ ਜਿਹੜੀ ਗੱਲ ਮੈਂ ਕਰ ਰਿਹਾ ਸੀ, ਇਹਨਾਂ ਛੰਦਾਂ ਦੀ ਗਿਣਤੀ ਵੀ ਦਿੱਤੀ ਗਈ ਹੈ। ਗਿਣਤੀ ਦੀਆਂ 2 ਵਿਧੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅੰਕ ਨੂੰ ਅੰਕ ਵਿਧੀ ਤੇ ਦੂਜੀ ਸ਼ਬਦ ਜਾਂ ਅੱਖਰ ਵਿਧੀ ਕਿਹਾ ਜਾ ਸਕਦਾ ਹੈ। ਮਿਸਾਲ ਵਜੋਂ ਸੁਖਮਣੀ ਸਾਹਿਬ ਅਸ਼ਟਪਦੀਆਂ ਵਿੱਚ ਲਿਖੀ ਗਈ ਰਚਨਾ ਹੈ। ਅਸ਼ਟਪਦੀ ਦੇ 8 ਪਦੇ ਹੁੰਦੇ ਹਨ, ਇਸ ਲਈ ਹਰ ਅਸ਼ਟਪਦੀ ਦੇ ਪਦਿਆਂ ਦੀ ਗਿਣਤੀ ਵੀ ਦਿੱਤੀ ਗਈ ਹੈ ਤੇ ਅਖੀਰ ਤੇ ਸਾਰੀਆਂ ਅਸ਼ਟਪਦੀਆਂ ਦੀ ਸਮੁੱਚੀ ਗਿਣਤੀ ਵੀ ਹੈ। ਸੁਖਮਣੀ ਦੇ ਅੱਖਰ ਦੇ 2 ਅੰਕ ਹਨ, 8, 24। ਇੱਥੇ 8 ਸ਼ਬਦ ਅਸ਼ਟਪਦੀਆਂ ਦਾ ਅੱਖਰ ਆਖਰੀ ਬੰਦ ਦਾ ਸੂਚਕ ਹੈ ਤੇ 24 ਅਸ਼ਟਪਦੀਆਂ ਦੀ ਕੁੱਲ ਗਿਣਤੀ ਦਾ ਸੂਚਕ ਹੈ। ਇੱਕ ਹੋਰ ਮਿਸਾਲ ਹੈ 12 ਮਹਾਮਾਹ ਦੀ ਦਿੱਤੀ ਜਾ ਸਕਦੀ ਹੈ। ਉਹਨਾਂ ਦੇ ਵਿੱਚ ਵੀ ਉੱਥੇ ਸੂਚਨਾ 14, ਫਿਰ ਅਬਲੀਗ 1 ਉੱਤੇ ਲਿਖਿਆ ਹੋਇਆ। ਉੱਥੇ ਦਾ ਮਤਲਬ 14 ਇਹਦੀ ਗਿਣਤੀ ਜਾਂ 14 ਬੰਦ ਹਨ, 14 ਪੌੜੀਆਂ ਕਹਿ ਸਕਦੇ ਹਾਂ, 14 ਅੰਕ ਕਹਿ ਸਕਦੇ ਹਾਂ, ਕੁਝ ਵੀ ਕਹਿ ਸਕਦੇ ਹਾਂ ਵੀ 14 ਬੰਦ ਦੇ ਸੂਚਕ ਹਨ। ਤੇ ਇੱਕ ਬਾਣੀ ਹੈ ਉਹ ਕਾਵ ਰੂਪ ਸੰਗ੍ਰਹਿ, ਜਿਹੜਾ 12 ਮਹਾਕਾਵ ਰੂਪ ਦੀ ਗਿਣਤੀ ਦਾ ਸੂਚਕ ਬਣਿਆ ਜਾਂਦਾ, ਉਹ ਬਾਣੀ ਇੱਕ ਹੈ, ਪਰ ਉਹਦੀਆਂ ਪੌੜੀਆਂ ਅੱਗੇ ਜਿਵੇਂ ਜਪਦੀਆਂ 38 ਪੌੜੀਆਂ ਨੇ, ਇਸ ਤਰ੍ਹਾਂ ਦੀਆਂ 14 ਅੰਗ ਨੇ, 14 ਪੌੜੀਆਂ ਹਨ। ਜੇ ਦੂਜੇ ਸ਼ਬਦਾਂ 'ਚ ਆਪਾਂ ਗੱਲ ਕਹਿਣੀ ਹੋਵੇ ਕਿ 12 ਮਾਹ ਦੇ 14 ਬੰਦ ਹਨ, ਇਸ ਤਰ੍ਹਾਂ ਸ਼੍ਰੀ ਰਾਗ ਵਿੱਚ ਮਹਿਲਾ ਪਹਿਲਾ ਦੇ 33 ਸ਼ਬਦ ਹਨ, ਜਿਨ੍ਹਾਂ ਵਿੱਚੋਂ 4 ਪਦਿਆਂ ਦੇ, ਜਿਨ੍ਹਾਂ 'ਚ ਬਹੁਤੇ 4-4 ਪਦਿਆਂ ਦੇ ਸ਼ਬਦ ਹਨ। ਇਸ ਲਈ ਅੰਤ ਤੇ ਜੋੜ ਦਿੱਤਾ ਗਿਆ ਹੈ 4, 33। 4 ਮਤਲਬ 4 ਜਿਹੜਾ ਅੰਕ ਉੱਥੇ ਸ਼ਬਦ ਦੇ ਪਦੇ ਸੀ ਉੱਥੇ ਖਤਮ ਹੈ 4, ਤੇ ਸ਼ਬਦ ਕਿੰਨੇ ਹੋ ਗਏ 33। ਇੱਥੇ 4 ਜਿਹੜਾ ਬੰਦ ਦੀ ਆਖਰੀ ਇਕਾਈ ਦਾ ਸੂਚਕ ਮਿਲਦਾ ਹੈ,
33 ਸ਼ਬਦਾਂ ਦੀ ਕੁੱਲ ਗਿਣਤੀ ਦਾ ਸੂਚਕ ਮਿਲਦਾ ਹੈ। ਰਾਗ ਇਸੇ ਹੀ ਰਾਗ ਵਿੱਚ ਮਹਿਲਾ 3 ਦੇ 31 ਤੇ ਮਹਿਲਾ 4 ਦੇ 6 ਸ਼ਬਦ ਹਨ। ਮਤਲਬ ਮਹਲਾ ਚੌਥਾ ਦੇ 6 ਸ਼ਬਦ ਹਨ। ਇਹਨਾਂ ਮਹਿਲਾ ਤੀਜਾ ਗੁਰੂ ਅਮਰਦਾਸ ਜੀ ਦੇ 31 ਤੇ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ। ਸਾਰੇ ਪਦਿਆਂ ਦੀ ਗਿਣਤੀ ਦੇ ਆਖਰ ਦੇ ਵਿੱਚ ਲਿਖਿਆ ਹੋਇਆ 33 33 ਪਹਿਲਾਂ ਨਿਕਲ ਗਿਆ ਗੁਰੂ ਨਾਨਕ ਸਾਹਿਬ ਦੇ, ਫਿਰ 31 ਆ ਗਿਆ ਤੇ ਗੁਰੂ ਅਮਰਦਾਸ ਜੀ ਦੇ, 6 ਆ ਗਿਆ ਤੇ ਗੁਰੂ ਰਾਮਦਾਸ ਜੀ ਦੇ, ਤੇ ਜੋੜ ਦੇ ਦਿੱਤਾ 70। ਤੇ ਇੱਥੇ ਇੱਕ ਜੋੜ ਦਾ ਸੂਚਕ ਨਾਲ ਜੁਮਲਾ ਲਿਖ ਦਿੱਤਾ। ਜੁਮਲਾ ਦਾ ਅਰਥ ਕੁੱਲ ਜੋੜ ਹੁੰਦਾ ਤੇ ਕੁੱਲ ਜੋੜ ਜਿਹੜਾ ਹੈ ਉਹ ਲਿਖ ਦਿੱਤਾ। ਇਸ ਤਰ੍ਹਾਂ ਇਹਦੇ ਵਿੱਚ ਦਿੱਤਾ ਗਿਆ ਹੈ ਜੁਮਲਾ। ਤੋ ਇਹ ਸ਼ਬਦ ਵੀ ਇਹਦੀ ਜੁਮਲਾ ਲਿਖ ਕੇ ਵੀ ਜੋੜ ਜਿਹੜਾ ਸੀ ਉਹ ਦਿੱਤਾ ਗਿਆ। ਤੋ ਇਸ ਅੰਕ ਵਿਧੀ ਜਾਂ ਸ਼ਬਦ ਵਿਧੀ ਦੁਆਰਾ ਦਿੱਤੀ ਗਿਣਤੀ ਨੂੰ ਹੋਰ ਸਪਸ਼ਟ ਆਪਾਂ ਸਮਝਣ ਦੇ ਲਈ ਉਦਾਹਰਨਾਂ ਹਨ, ਜਿਵੇਂ ਲਿਖੀਆਂ ਮਿਲਦੀਆਂ ਨੇ ਮਹਿਲੇ ਪਹਿਲੇ 17 ਅਸ਼ਟਪਦੀਆਂ। ਉੱਥੇ ਥੱਲੇ ਵੀ ਲਿਖ ਦਿੱਤਾ। ਉਹਨੂੰ ਅੰਕ ਵਿਧੀ ਨੂੰ ਜੇ ਕਿਸੇ ਨੂੰ ਸਮਝ ਨਾ ਆਵੇ ਤਾਂ ਉੱਥੋਂ ਪੜ੍ਹ ਕੇ ਸਮਝ ਲਵੇ ਵੀ ਇਹ 17 ਅਸ਼ਟਪਦੀਆਂ ਹਨ। 7 ਚੌਪਦੇ ਮਹਿਲੇ ਚੌਥੇ ਕੇ, 16 ਅਸ਼ਟਪਦੀਆਂ ਗੁਆਰਦੀ ਗੌੜੀ ਕੀਆਂ, 22 ਚੌਪਦੇ ਤਥਾ ਪੰਚਪਦੇ ਅਤੇ ਗੌੜੀ ਗੁਆਰੀ ਦੇ ਪਦੇ 35। ਇਹੋ ਜਿਹੇ ਸਿਰਲੇਖ ਲਿਖੇ ਮਿਲਦੇ ਹਨ। ਇਹ ਜੋੜ ਹੈ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਖਸ਼ਿਸ਼ ਹੈ ਸਾਡੇ ਉੱਤੇ। ਉਹਨਾਂ ਨੇ ਹਰ ਗੱਲ ਨੂੰ ਸਪਸ਼ਟ ਕੀਤੀ। ਇੱਥੇ ਇੱਕ ਗੱਲ ਹੋਰ ਵੀ ਵਿਚਾਰਨਯੋਗ ਹੈ, ਇਹ ਕਹਿ ਕੇ ਮੈਂ ਸਮਾਪਤੀ ਕਰ ਰਿਹਾ ਵੀ ਕਈ ਥਾਈਂ ਵਿਸ਼ੇਸ਼ ਛੰਦ ਥੱਲੇ ਛੋਟਾ ਜਿਹਾ ਗਿਣਤੀ ਸੂਚਕ ਦਿੱਤਾ ਗਿਆ ਹੈ। ਜਿਵੇਂ ਗੌੜੀ ਕਬੀਰ ਜੀ ਪੰਚਪਦੇ 2 ਉੱਥੇ ਲਿਖਿਆ ਮਿਲਦਾ ਹੈ। ਗੌੜੀ ਕਬੀਰ ਜੀ ਤਿਪਦੇ 4 ਤੁਕੇ 2, ਗੌੜੀ ਕਬੀਰ ਜੀ ਤਿਪਦੇ 15, ਗੌੜੀ ਕਬੀਰ ਜੀ 2 ਦੋਪਦੇ 2 ਨਾਲ ਦੋਪਦੇ ਵੀ ਲਿਖਿਆ, ਨਾਲ 2 ਵੀ ਲਿਖਿਆ ਮਿਲਦਾ ਹੈ। ਆਸਾ ਮਹਿਲਾ ਪਹਿਲਾ ਪੰਚ ਪਦੇ 2 ਪਦੇ ਨਾਲ 2 ਪਦੇ ਲਿਖਿਆ ਵੀ ਮਿਲਦਾ ਹੈ। ਪੰਚ 2 ਪਦੇ। ਫਿਰ ਮਹਿਲਾ ਪਹਿਲੀ ਉਦਾਹਰਨ ਜੇ ਆਪਾਂ ਇਹਨੂੰ ਪਹਿਲੀ ਉਦਾਹਰਨ 'ਚ ਦੇਖਦੇ ਹਾਂ, ਪੰਚਪਦੇ ਹੇਠ 2 ਦੇ ਅੰਕ ਦਾ ਭਾਵ ਹੈ ਕਿ ਇਸ ਅੰਕ ਦੇ 2 ਪੰਚਪਦੇ ਆਉਂਦੇ ਹਨ। 4 ਤੁਕੇ ਦੇ ਹੇਠਾਂ 2 ਦਾ ਭਾਵ ਹੈ ਕਿ ਇੱਥੇ ਅੱਗੋਂ ਦੇ 4 ਤੁਕੇ ਆਉਣਗੇ। ਤਿਪਦੇ ਹੇਠਾਂ 15 ਦਾ ਮਤਲਬ ਹੈ ਕਿ ਅੱਗੋਂ ਤਿਪਦੇ 15 ਤਿਪਦੇ ਜਿਹੜੇ ਹਨ ਉਹ ਆਉਣਗੇ। 3 ਪਦਿਆਂ ਵਾਲੇ 3 ਲਾਈਨਾਂ ਵਾਲੇ ਤਿਪਦੇ 2 ਜਿਹੜੇ ਹਨ ਉਹ 3 ਪਦਿਆਂ ਵਾਲੇ 15 ਅੱਗੋਂ ਆਉਣਗੇ। ਇੱਕ ਗੱਲ ਹੋਰ ਹੈ ਜਿਹੜੀ ਸੁਧਾਈ ਦੀ ਗੱਲ ਹੈ, ਗੁਰੂ ਅਰਜਨ ਦੇਵ ਜੀ ਨੇ ਬਾਣੀ ਸੰਗ੍ਰਹਿ ਵਿੱਚ ਜਿਹੜੀਆਂ ਵਾਰਾਂ ਪ੍ਰਾਪਤ ਕੀਤੀਆਂ ਉਹ ਸ਼ਲੋਕਾਂ ਤੋਂ ਬਿਨਾਂ ਸਨ, ਕਿਉਂਕਿ ਵਾਰ ਦੀ ਰਚਨਾਗਤ ਲੋੜ ਹੀ ਜਿਹੀ ਸੀ ਕਿ ਇਸ ਵਿੱਚ ਦੂਜਾ ਛੰਦ ਸਮਾ ਨਹੀਂ ਸੀ ਸਕਦਾ। ਗੁਰੂ ਸਾਹਿਬ ਦੇ ਪੌੜੀਆਂ ਨਾਲ ਵਿਚਾਰਨ ਦੀ ਸੰਪੂਰਨਤਾ ਰੱਖਣ ਵਾਲੇ ਸ਼ਲੋਕ ਆਪਣੇ ਸੰਪਾਦਕੀ ਅਧਿਕਾਰ ਵਰਤਦੇ ਹੋਏ ਦਰਜ ਕੀਤੇ। ਇਹੋ ਹੀ ਕਾਰਨ ਹੈ ਕਿ ਵਾਰ ਸ਼ਲੋਕਾਂ ਨਾਲ ਦੀ ਸੂਚਨਾ ਨਿਵਰਤ ਕਰਨ ਲਈ ਦੇਣੀ ਪਈ ਹੈ। ਇਹ ਸਾਡੇ ਸ਼ੰਕੇ ਦੂਰ ਕਰਨ ਲਈ ਦੇਣੀ ਪਈ ਹੈ। ਜਿਨ੍ਹਾਂ ਵਾਰਾਂ ਨਾਲ ਇਹ ਸੂਚਨਾ ਦੇਣੀ ਪਈ ਉਹਨਾਂ ਵਿੱਚ ਸ਼੍ਰੀ ਰਾਗ ਕੀ ਵਾਰ ਮਹਿਲਾ ਚੌਥਾ, ਆਸਾ ਕੀ ਵਾਰ ਮਹਿਲਾ ਪਹਿਲਾ, ਜੈਤਸਰੀ ਕੀ ਵਾਰ ਮਹਿਲਾ ਪੰਜਵਾਂ, ਸੂਹੀ ਕੀ ਵਾਰ ਮਹਿਲਾ ਤੀਜਾ। ਸ਼ਲੋਕ ਸ਼ਾਮਲ ਕਰਨ ਵੇਲੇ ਲੱਗਦਾ ਹੈ ਸੰਭਵ ਇਹ ਵੀ ਹੋ ਸਕਦਾ ਸੀ ਕਿ ਲਿਪੀਕਾਰ ਕੋਲੋਂ ਕੋਈ ਭੁੱਲ ਹੋ ਸਕਦੀ ਹੋਵੇ। ਇਸ ਲਈ ਗੁਰੂ ਸਾਹਿਬ ਨੇ ਖੁਦ ਉਹਨਾਂ ਵਾਰਾਂ ਦੀ ਪੜਤਾਲ ਕਰਕੇ ਉਹਨਾਂ ਨੂੰ ਸੋਧਿਆ। ਅਖੀਰ ਤੇ ਸੋਧੇ ਹੋਣ ਦੀ ਸੂਚਨਾ ਸ਼ੁੱਧ ਜਾਂ ਸ਼ੁੱਧ ਕੀਚੇ ਦੇ ਰੂਪ ਵਿੱਚ ਦਿੱਤੀ, ਤਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਵਾਰਾਂ ਜਿਨ੍ਹਾਂ ਦੇ ਅੰਤ ਦੇ ਸ਼ੁੱਧ ਦੀ ਸੂਚਨਾ ਆਈ ਹੈ ਤੇ ਜਿਨ੍ਹਾਂ ਦੇ ਇਹ ਸਿਰਲੇਖ ਲਿਖੇ ਹੋਏ ਸਿਰਲੇਖ ਜਿਹੜੀਆਂ ਵਾਰਾਂ ਦੇ ਲਿਖੇ ਮੈਂ ਉਹਨਾਂ ਦਾ ਜ਼ਿਕਰ ਕਰਦੇ ਹਾਂ। ਸ਼੍ਰੀ ਰਾਗ ਕੀ ਵਾਰ ਮਹਿਲਾ ਚੌਥਾ, ਮਾਝ ਕੀ ਵਾਰ ਮਹਿਲਾ ਪਹਿਲਾ, ਗੌੜੀ ਕੀ ਵਾਰ ਮਹਿਲਾ ਚੌਥਾ, ਆਸਾ की वार महला पहला, बिहागड़े की वार महला चौथा, वडहंस की वार महला चौथा, सोरठ की वार महला चौथा, बिलावल की वार महला चौथा, रामकली वार महला तीजा, रामकली की वार महला पंजवा, मारू की वार महला तीजा, सारंग की वार महला चौथा, मलार की वार महला पहला ਤੇ ਕਾਨੜੇ ਕੀ ਵਾਰ ਮਹਿਲਾ ਚੌਥਾ। ਇਹਨਾਂ ਵਾਰਾਂ ਦੇ ਥੱਲੇ ਸਿਰਲੇਖ ਸਾਨੂੰ ਮਿਲਦੇ ਹਨ। ਇਸ ਤੋਂ ਇਲਾਵਾ ਹੋਰ ਵੀ ਸੂਚਨਾਵਾਂ ਹਨ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਿੱਤੀਆਂ ਗਈਆਂ ਹਨ। ਅੰਕ ਪ੍ਰਬੰਧ, ਵਾਰਾਂ, ਬਾਣੀ ਦੀ ਤਰਤੀਬ, ਲਗਾ ਮਾਤਰਾ ਦੇ ਉਚਾਰਨ ਬਾਰੇ ਸੰਕੇਤ, ਬਹੁਤ ਸਾਰੀਆਂ ਸੂਚਨਾਵਾਂ ਹਨ ਜਿਹੜੀਆਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਕਮਾਲ ਦੀ ਸੰਪਾਦਕੀ ਕਰਕੇ ਇਹ ਸੂਚਨਾ ਸਾਡੇ ਅੰਦਰ ਦਰਜ ਕੀਤੀਆਂ। ਤੋਂ ਅੱਜ ਦੀ ਵਿਚਾਰ ਨੂੰ ਆਪਾਂ ਇੱਥੇ ਸੰਕੋਚਦੇ ਹਾਂ। ਸਤਿਗੁਰੂ ਜੀ ਨੇ ਸਾਰਾ ਕੁਝ ਕਰਨ ਤੋਂ ਬਾਅਦ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਨਾਈ, ਆਪੇ ਤਰਸ ਪਿਓਈ। ਇਸ ਸੰਪਾਦਨ ਕਾਰਜ ਸੰਪੰਨ ਹੋਣ ਤੋਂ ਬਾਅਦ ਉਸ ਪਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਕਰਦਿਆਂ ਹੋਇਆ ਮੁਦਾਵਨੀ ਦੀ ਮੋਹਰ ਛਾਪ ਲਾ ਕੇ
ਇਹ ਸ਼ਬਦ ਨੂੰ ਉਹਦੇ 'ਚ ਦਰਜ ਕੀਤਾ ਤੇ ਸਤਿਗੁਰੂ ਦਾ ਸ਼ੁਕਰਾਨਾ ਕਰਕੇ ਇਸ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਅੱਜ ਸਾਡੀ ਸਿੱਖ ਪੰਥ ਕੀ ਸਾਰੇ ਸੰਸਾਰ ਦੀ ਝੋਲੀ ਵਿੱਚ ਪਾਇਆ ਇਹ ਖਜ਼ਾਨਾ ਇਹੋ ਜਿਹਾ ਹੈ ਜਿਹੜੀ ਸੰਪਾਦਨ ਕਲਾ ਵਿੱਚੋਂ ਵੀ ਸੰਪੂਰਨ ਹੈ, ਜਿਹੜਾ ਅਧਿਆਤਮਕਵਾਦ ਵਿੱਚ ਵੀ ਸੰਪੂਰਨ ਹੈ, ਜਿਹਦੇ ਵਿੱਚ ਰਾਜਨੀਤਿਕ ਸਮਾਜਿਕ ਹਰ ਪੱਖ ਜਿਹੜਾ ਦੱਸਿਆ ਗਿਆ ਹੈ, ਇਹ ਐਸਾ ਖਜ਼ਾਨਾ ਹੈ ਜਿਹੜੀਆਂ ਇਹ ਸੂਚਨਾਵਾਂ ਸਾਨੂੰ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤੀਆਂ। ਤੋਂ ਤਹਿ ਦਿਲੋਂ ਧੰਨਵਾਦ ਸਾਹਿਬ ਸ੍ਰੀ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਉਦਮ ਬਖਸ਼ਿਆ ਕਿ ਮੇਰੇ ਕੋਲ ਸਮਾਂ ਬਿਲਕੁਲ ਹੀ ਨਹੀਂ ਸੀ। ਰਾਤੀ 11 ਵਜੇ ਸੁਨੇਹਾ ਆਇਆ ਮੇਰੇ ਵੀਰ ਤੇ ਅੰਮ੍ਰਿਤਪਾਲ ਸਿੰਘ ਜੀ ਦਾ ਵੀ ਅੱਜ ਹਾਜ਼ਰ ਨਹੀਂ ਹੋ ਸਕਣਗੇ, ਤਾਂ ਸਵੇਰੇ ਉੱਠ ਕੇ ਜਿੰਨੇ ਕਿ ਮੈਂ ਪੜ੍ਹ ਸਕਿਆ ਮੈਂ ਆਪ ਜੀ ਦੇ ਨਾਲ ਉਹ ਵਿਚਾਰ ਸਾਂਝੇ ਕੀਤੇ ਹਨ। ਹੋਈਆਂ ਭੁੱਲਾਂ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ। ਹੋਰ ਵੀ ਸੰਕੇਤ ਹਨ ਜਿਨ੍ਹਾਂ ਦੀ ਵਿਚਾਰ ਕਦੀ ਫਿਰ ਸਮਾਂ ਮਿਲਿਆ ਐਜ਼ ਏ ਸਟੱਪਣੀ ਤੇ ਤੀਜਾ ਟਾਇਰ ਤਾਂ ਫਿਰ ਆਪ ਜੀ ਨਾਲ ਸਾਂਝੇ ਕਰਾਂਗਾ ਜੀ। ਭੁੱਲ ਚੁੱਕੀ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।